Hello everyone, welcome to Victor's Knowledge. This is Chinu Sharma and I'm back with another topic from Punjab Sub Inspector Exam 2021. So अपना आज का ਜਿਹੜਾ टॉपिक है ਉਹ ਹੈ ਲੋਕਲ ਗਵਰਨਮੈਂਟ ਇੰਸਟੀਟਿਊਸ਼ਨਸ ਬਾਰੇ। ਸੋ ਇਸ ਵੀਡੀਓ ਦੇ ਵਿੱਚ ਮੈਂ ਪਾਰਟ 1 ਡਿਸਕਸ ਕਰਾਂਗੀ ਤੇ ਇਸੇ ਟੌਪਿਕ ਦੇ ਅੰਦਰ ਇੱਕ ਹੋਰ ਪਾਰਟ ਆਊਗਾ ਉਹਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੰਚਾਇਤ ਨਾਲ ਰਿਲੇਟਡ ਇੱਕ ਐਕਟ ਹੈ, ਇੱਕ ਲੈਜਿਸਲੇਸ਼ਨ ਹੈ, ਉਹਦੇ ਬਾਰੇ ਮੈਂ ਡੀਪਲੀ ਗੱਲ ਕਰੂੰਗੀ ਕਿਉਂਕਿ ਜਿਹੜਾ ਉਹ ਐਕਟ ਹੈ ਉਹਦੇ ਵਿੱਚੋਂ ਹਮੇਸ਼ਾ ਕੁਐਸਚਨਸ ਦੇਖੇ ਗਏ ਨੇ ਤੇ ਨਾਲ ਹੀ ਜਿਹੜਾ ਅੱਜ ਦੀ ਆਪਣੀ ਇਹ ਵੀਡੀਓ ਹੈ ਤੁਸੀਂ ਇਹਨਾਂ ਦੋਨਾਂ ਨੂੰ ਆਪਸ ਦੇ ਵਿੱਚ ਮਿਲਾ ਕੇ ਦੇਖਣਾ ਹੈ। ਸੋ ਤੁਸੀਂ ਕੋਈ ਵੀ ਵੀਡੀਓ ਮਿਸ ਨਹੀਂ ਕਰਨੀ ਤੇ ਜਿਹੜਾ ਅੱਜ ਦਾ ਆਪਣਾ ਇਹ ਟੌਪਿਕ ਹੈ, ਇਹ ਲੈਕਚਰ ਹੈ ਲੋਕਲ ਗਵਰਨਮੈਂਟ ਦਾ। ਇਹਦੇ ਵਿੱਚੋਂ ਮੈਂ ਤੁਹਾਨੂੰ 5-6 ਟੌਪਿਕ ਕਰਵਾਉਂਗੀ ਤੇ ਉਹਨਾਂ ਦੇ ਵਿੱਚੋਂ ਤੁਸੀਂ 100% ਇੱਕ ਦੋ ਕੁਐਸਚਨ ਐਕਸਪੈਕਟ ਕਰ ਸਕਦੇ ਹੋ ਐਗਜ਼ਾਮ ਦੇ ਵਿੱਚ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣੇ ਟੌਪਿਕ ਦੇ ਨਾਲ। ਸੋ ਆਪਾਂ ਸਟਾਰਟ ਕਰਾਂਗੇ ਇਹਦਾ ਮਤਲਬ ਜਾਣ ਕੇ। ਸੋ ਲੋਕਲ ਗਵਰਨਮੈਂਟ ਦਾ ਮਤਲਬ ਕੀ ਹੈ, ਇਹਦੇ ਤੋਂ ਭਾਵ ਕੀ ਹੈ। ਲੋਕਲ ਵਰਡ ਦਾ ਮਤਲਬ ਹੈ ਸਥਾਨਕ। ਇਹ ਜੀ ਸਰਕਾਰ ਜਿਹੜੀ ਕਿ ਸਥਾਨਕ ਲੋਕ ਹੀ ਚਲਾਉਂਦੇ ਨੇ। ਸੋ ਇਟ ਰੈਫਰਸ ਟੂ ਗਵਰਨੈਂਸ ਬਾਈ ਲੋਕਲ ਪੀਪਲ ਆਫ देयर ਏਰੀਆ। ਸਿੰਪਲ ਮਤਲਬ ਕਹਿੰਦੇ ਹੁਣ ਆਪਾਂ ਇਹ ਦੇਖ ਸਕਦੇ ਹਾਂ ਕਿ ਆਪਣੇ ਦੇਸ਼ ਦੇ ਵਿੱਚ ਕਿੰਨੇ ਜ਼ਿਆਦਾ ਪਿੰਡ ਨੇ, ਕਿੰਨੀਆਂ ਨੰਬਰ ਆਫ ਵਿਲੇजेस ਨੇ, ਪਰ ਉਹਨਾਂ ਦਾ ਜਿਹੜਾ ਸ਼ਹਿਰੀ ਖੇਤਰ ਨੇ ਉਹਨਾਂ ਨਾਲੋਂ ਜਿਹੜਾ ਕਨੈਕਸ਼ਨ ਹੈ ਉਹ ਟੁੱਟਿਆ ਹੋਇਆ। ਕਿਉਂਕਿ ਸਰਕਾਰਾਂ ਨਿਗਲੈਕਟ ਕਰਦੀਆਂ ਨੇ ਵਿਲੇजेस ਨੂੰ, ਪਿੰਡਾਂ ਨੂੰ। ਪਰ ਕਹਿੰਦੇ ਇਹੀ ਇੱਕ ਕਾਰਨ ਹੈ ਜਿਹਦੇ ਕਰਕੇ ਜਿਹੜਾ ਕਨਸੈਪਟ ਹੈ ਇਹ ਅਲੱਗ ਤੋਂ ਲਿਆਉਣ ਦੀ ਲੋੜ ਪਈ। ਕਿਉਂਕਿ ਜੇ ਪਿੰਡਾਂ ਦੇ ਨਾਲ ਨਾਲ ਹੀ ਜਿਵੇਂ ਸ਼ਹਿਰਾਂ ਦੇ ਨਾਲ ਨਾਲ ਹੀ ਪਿੰਡਾਂ ਦੀ ਵੀ ਡਿਵੈਲਪਮੈਂਟ ਹੁੰਦੀ ਰਹਿੰਦੀ ਪੁਰਾਣੇ ਜ਼ਮਾਨੇ ਤੋਂ ਹੀ, ਤਾਂ ਆਪਾਂ ਨੂੰ ਅਲੱਗ ਤੋਂ ਕੁਝ ਸਰਕਾਰ ਲੈ ਕੇ ਆਉਣ ਦੀ ਲੋੜ ਨਾ ਪੈਂਦੀ। ਪਰ ਕਹਿੰਦੇ ਹੁਣ ਕੀ ਹੈ, ਆਪਾਂ ਦੇਖ ਸਕਦੇ ਹਾਂ ਕਿ ਪਿੰਡ ਤੇ ਸ਼ਹਿਰ ਬਿਲਕੁਲ ਡਿਸਕਨੈਕਟਡ ਨੇ। ਸੋ ਪਿੰਡਾਂ ਨੂੰ ਚਲਾਉਣ ਦੇ ਲਈ ਅਲੱਗ ਤੋਂ ਇੱਕ ਆਰਗੇਨਾਈਜੇਸ਼ਨ, ਇੱਕ ਲੋਕਲ ਗਵਰਨਮੈਂਟ ਨਾਮ ਦੀ ਚੀਜ਼ ਲੈ ਕੇ ਆਉਣੀ ਪਈ, ਇੱਕ ਕਨਸੈਪਟ ਲੈ ਕੇ ਆਉਣਾ ਪਿਆ। ਇਹ ਇਨਸ਼ੋਰ ਕਰਨ ਦੇ ਲਈ, ਇਹ ਪੱਕਾ ਕਰਨ ਦੇ ਲਈ ਕਿ ਜਿਹੜੇ ਰੂਰਲ ਏਰੀਆਜ਼ ਨੇ, ਪੇਂਡੂ ਖੇਤਰ ਨੇ, ਉਹ ਵੀ ਪ੍ਰੋਪਰ ਰੈਪਰੈਜ਼ੈਂਟ ਹੋਣ, ਉਹਨਾਂ ਨੂੰ ਵੀ ਇੱਕ ਵਧੀਆ ਰੈਪਰੈਜ਼ੈਂਟੇਟਿਵ ਲੀਡਰ ਮਿਲੇ ਇੱਕ ਪਿੰਡ ਨੂੰ ਚਲਾਉਣ ਲਈ। ਸੋ ਆਪਾਂ ਨੂੰ ਪਤਾ ਹੈ ਕਿ ਪਿੰਡਾਂ ਦਾ ਲੀਡਰ ਕੌਣ ਹੁੰਦਾ ਹੈ? ਸਰਪੰਚ, ਜਿਹਨੂੰ ਉੱਥੋਂ ਦੇ ਲੋਕ ਚੁਣਦੇ ਨੇ। ਸੋ ਕਹਿੰਦੇ ਜਿਹੜਾ ਸਰਪੰਚ ਹੈ, ਪੰਚਾਇਤ ਹੈ, ਇਹ ਸਾਰਾ ਸਿਸਟਮ ਹੈ, ਇਹ ਲੋਕਲ ਗਵਰਨਮੈਂਟ ਦਾ ਸਿਸਟਮ ਹੈ। ਹੁਣ ਆਪਾਂ ਗੱਲ ਕਰਾਂਗੇ ਆਜ਼ਾਦੀ ਤੋਂ ਪਹਿਲਾਂ ਦੇ ਟਾਈਮ ਦੀ ਪ੍ਰੀ ਇੰਡੀਪੈਂਡੈਂਟ ਸਿਚੁਏਸ਼ਨ ਕੀ ਸੀ। ਕਹਿੰਦੇ ਉਸ ਜ਼ਮਾਨੇ ਵਿੱਚ ਵੀ ਲੋਕਲ ਗਵਰਨਮੈਂਟ ਸੀਗੀ, ਜਿਹੜਾ ਪੰਚਾਇਤੀ ਰਾਜ ਦਾ ਕਨਸੈਪਟ ਸੀ ਉਹ ਵੀ ਪ੍ਰੈਜ਼ੈਂਟ ਸੀ ਤੇ ਉਹਦਾ ਬਹੁਤ ਵੱਡਾ ਹੱਥ ਹੁੰਦਾ ਸੀ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਕਿ ਜਿਹੜੇ ਆਮ ਲੋਕ ਨੇ ਉਹਨਾਂ ਦੀਆਂ ਜਿੰਨੀਆਂ ਵੀ ਮੁਸ਼ਕਿਲਾਂ ਨੇ, ਪ੍ਰੋਬਲਮਸ ਨੇ, ਉਹਨਾਂ ਨੂੰ ਦੂਰ ਕਰਨ ਦੇ ਵਿੱਚ। ਸੋ ਕਹਿੰਦੇ ਜਿਹੜਾ ਡਿਊਰਿੰਗ ਪ੍ਰੀ ਹਿਸਟੋਰਿਕ ਟਾਈਮ the local government, that is panchayati raj, was present and had a great role in solving the problems of common people. During the colonial period in the beginning years, its role kept declining. ਕਹਿੰਦੇ ਪੁਰਾਣੇ ਜ਼ਮਾਨੇ ਦੇ ਵਿੱਚ ਆਪਾਂ ਦੇਖੀਏ ਤਾਂ ਜਿਹੜੇ ਜਦੋਂ ਰਿਸ਼ੀ ਮੁਨੀ ਵੀ ਸੀਗੇ, ਈਵਨ ਜਦੋਂ ਰਾਜੇ ਮਹਾਰਾਜੇ ਸੀਗੇ, ਗੁਪਤਾ ਡਾਇਨੈਸਟੀ ਸੀ, ਮੌਰੀਅਨ ਡਾਇਨੈਸਟੀ ਸੀ, ਉਦੋਂ ਜਿਹੜੇ ਪਿੰਡਾਂ ਦੇ ਲੋਕ ਸੀ, ਪਿੰਡਾਂ ਦਾ ਏਰੀਆ ਸੀ, ਉਹਦੀ ਬਹੁਤ ਇੰਪੋਰਟੈਂਸ ਸੀ। ਪਰ ਹੌਲੀ ਹੌਲੀ ਜਿਵੇਂ ਬ੍ਰਿਟਿਸ਼ਰਸ ਆਏ, ਸਟਾਰਟਿੰਗ ਵਿੱਚ ਤਾਂ ਥੋੜਾ ਠੀਕ ਸੀ, ਬਟ ਹੌਲੀ ਹੌਲੀ ਬ੍ਰਿਟਿਸ਼ਰਸ ਨੇ ਵੀ ਇਗਨੋਰ ਕਰਨਾ ਸਟਾਰਟ ਕਰਤਾ। ਜਿਹੜੇ ਪੰਚਾਇਤ ਲੋਕਲ ਗਵਰਨਮੈਂਟ ਸੀ ਉਹਦਾ ਰੋਲ ਡਿਕਲਾਈਨ ਹੋਣ ਲੱਗ ਗਿਆ, ਘਟਣ ਲੱਗ ਗਿਆ। ਸੋ ਜਦੋਂ ਈਸਟ ਇੰਡੀਆ ਕੰਪਨੀ 1865 ਦੇ ਵਿੱਚ ਜਿਹੜੀ ਅੰਗਰੇਜ਼ਾਂ ਦੀ ਕੰਪਨੀ ਆਈ ਸੀ, ਜਿਹਨੇ ਇੰਡੀਆ ਦੇ ਵਿੱਚ ਰਾਜ ਕੀਤਾ, ਬਾਅਦ ਵਿੱਚ ਟ੍ਰੇਡਰਸ ਦੇ ਤੌਰ ਤੇ ਇਹ ਆਏ ਸੀ ਤੇ ਇਹਨਾਂ ਨੇ ਇੰਡੀਆ ਨੂੰ ਆਪਣਾ ਗੁਲਾਮ ਬਣਾ ਲਿਆ। ਇਹਨੇ 1865 ਦੇ ਵਿੱਚ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਤੇ ਇਹਨਾਂ ਨੇ ਕਿਹਾ ਕਿ ਜਿੰਨੇ ਵੀ ਲੋਕਲ ਮੈਟਰ ਨੇ, ਜਿੰਨੇ ਵੀ ਮਤਲਬ ਆਪਣੇ ਸਥਾਨਕ ਛੋਟੇ ਲੈਵਲ ਦੇ ਮੈਟਰ ਨੇ ਆਮ ਇਨਸਾਨਾਂ ਦੇ, ਜਿਹੜੇ ਜ਼ਿਆਦਾ ਕਿਸੇ ਵੱਡੇ ਕ੍ਰਾਈਮ ਨਾਲ ਰਿਲੇਟਡ ਨਹੀਂ ਹੈਗੇ, ਕਿਸੇ ਵੱਡੀ ਪ੍ਰੋਬਲਮ ਨਾਲ ਰਿਲੇਟਡ ਨਹੀਂ, ਕਹਿੰਦੇ ਉਹਨਾਂ ਨੂੰ ਸਿਰਫ ਲੋਕਲ ਗਵਰਨਿੰਗ ਬਾਡੀਜ਼ ਹੀ ਹੈਂਡਲ ਕਰਨਗੀਆਂ। ਸੋ ਸਟਾਰਟਿੰਗ ਵਿੱਚ ਥੋੜੇ ਟਾਈਮ ਲਈ ਹਿੱਲ ਗਿਆ ਸੀ ਜਿਹੜਾ ਸਿਸਟਮ ਹੈ ਲੋਕਲ ਗਵਰਨਮੈਂਟ ਦਾ, ਪਰ ਦੁਬਾਰਾ ਬ੍ਰਿਟਿਸ਼ਰਸ ਨੂੰ ਇਹ ਚੀਜ਼ ਰਿਅਲਾਈਜ਼ ਹੋਈ, ਫੀਲ ਹੋਈ ਕਿ ਜੇ ਆਪਾਂ ਨੇ ਪ੍ਰੋਪਰ ਤਰੀਕੇ ਦੇ ਨਾਲ ਰਾਜ ਕਰਨਾ ਹੈ ਤਾਂ ਆਪਾਂ ਨੂੰ ਜਿਹੜੇ ਛੋਟੇ ਏਰੀਆਜ਼ ਨੇ, ਪਿੰਡਾਂ ਦੇ ਇਲਾਕੇ ਨੇ, ਕੋਈ ਵੀ ਲੋਕਲ ਏਰੀਆਜ਼ ਨੇ, ਉਹਨਾਂ ਨੂੰ ਉੱਥੋਂ ਦੇ ਜਿਹੜੇ ਲੋਕਲ ਆਫੀਸਰਸ ਨੇ ਉਹਨਾਂ ਦੇ ਹੱਥ 'ਚ ਦੇ ਦੇਣਾ ਚਾਹੀਦਾ ਹੈ। ਕਿਉਂਕਿ ਪੂਰੀ ਇੱਕ ਜਿਹੜੀ ਵੱਡੀ ਸਰਕਾਰ ਹੈ ਉਹ ਹਰ ਜਗ੍ਹਾ ਤੇ ਜਾ ਕੇ ਧਿਆਨ ਨਹੀਂ ਦੇ ਸਕਦੀ। ਸੋ ਆਪਾਂ ਨੂੰ ਲੋਕਲ ਏਰੀਆ ਦੇ ਉੱਤੇ ਲੋਕਲ ਐਡਮਿਨਿਸਟ੍ਰੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਜਿਹੜੀ ਕਿ ਆਮ ਲੋਕਾਂ ਦੀ ਜਿਹੜੀ ਗੱਲਾਂ ਨੇ, ਪ੍ਰੋਬਲਮ ਨੇ, ਉਹਨਾਂ ਨੂੰ ਸੁਣ ਸਕੇ। ਸੋ ਇਸ ਤੋਂ ਬਾਅਦ ਬਹੁਤ ਸਾਰੇ ਕਮਿਸ਼ਨ ਆਏ, ਰਾਇਲ ਕਮਿਸ਼ਨ, ਐਕਟ ਆਇਆ 1935 ਦਾ, ਸਾਈਮਨ ਕਮਿਸ਼ਨ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਐਕਟ ਆਏ,
पर कहंदे ਇਹ ਆਪਾਂ ਨੂੰ ਚੀਜ਼ ਯਾਦ ਰੱਖਣਾ ਚਾਹੀਦਾ ਹੈ ਕਿ ਚਾਹੇ ਬ੍ਰਿਟਿਸ਼ਰਸ ਨੇ ਚਾਹੇ ਜਿੰਨਾ ਮਰਜ਼ੀ ਲੋਕਲ ਗਵਰਨਮੈਂਟ ਨੂੰ ਇੰਪੋਰਟੈਂਸ ਦਿੱਤੀ ਹੋਵੇ ਪਰ ਉਹਨਾਂ ਦੇ ਰਾਜ ਦੇ ਸਮੇਂ ਜਿਹੜਾ ਅਲਟੀਮੇਟ ਪੂਰਾ ਕੰਟਰੋਲ ਸੀ ਉਹ ਸਟੇਟ ਅਥਾਰਟੀਜ਼ ਦਾ ਹੀ ਸੀ, ਉਹ ਜਿਹੜੇ ਰਾਜਾਂ ਦੀ ਸਰਕਾਰ ਸੀ ਪ੍ਰੋਵਿੰਸਾਂ ਦੀ ਉਹਦਾ ਹੀ ਸੀ। ਸੋ ਐਜ਼ ਸੱਚ ਲੋਕਲ ਗਵਰਨਮੈਂਟ ਨੂੰ ਇੱਕ ਪ੍ਰੋਪਰ ਅਲੱਗ ਤੋਂ ਕੋਈ ਇੰਪੋਰਟੈਂਟ ਸਟਰੋਂਗ ਡਿਸੀਜਨ ਮੇਕਿੰਗ ਪਾਵਰ ਨਹੀਂ ਸੀ ਮਿਲੀ। ਸੋ ਇਹ ਸੀ ਆਪਣਾ ਅੰਗਰੇਜ਼ਾਂ ਦੇ ਸਮੇਂ ਦੀ ਗੱਲ, ਆਜ਼ਾਦੀ ਤੋਂ ਪਹਿਲਾਂ ਦੀ। ਹੁਣ ਆਪਾਂ ਪੜਾਂਗੇ ਪੋਸਟ ਇੰਡੀਪੈਂਡੈਂਟ ਸਿਚੁਏਸ਼ਨ ਆਫਟਰ 1947, ਆਜ਼ਾਦੀ ਮਿਲਣ ਤੋਂ ਬਾਅਦ ਦੀ ਕੀ ਸਿਚੁਏਸ਼ਨ ਸੀ। ਸੋ ਆਫਟਰ ਇੰਡੀਪੈਂਡੈਂਸ ਇੰਡੀਆ ਵਾਸ ਡਿਕਲੇਅਰਡ ਅ ਡੈਮੋਕ੍ਰੈਟਿਕ federal nation. As our nation started developing, urbanization increased. There became two areas, urban, rural. So ਕਹਿੰਦੇ ਜਿਵੇਂ ਜਿਵੇਂ ਇੰਡੀਆ ਇੱਕ ਇੰਡੀਪੈਂਡੈਂਟ ਨੇਸ਼ਨ ਮਿਲਿਆ, ਇਹਨੂੰ ਆਜ਼ਾਦੀ ਮਿਲੀ, ਉਰੇ ਡੈਮੋਕ੍ਰੇਸੀ ਆਈ, ਸੋ ਇਹਦੇ ਨਾਲ ਕੀ ਹੋਇਆ, ਹੌਲੀ ਹੌਲੀ ਅਰਬਨਾਈਜੇਸ਼ਨ ਹੋਈ। ਆਪਾਂ ਨੂੰ ਪਤਾ ਹੈ ਕਿ ਸਟਾਰਟਿੰਗ ਦੇ ਵਿੱਚ ਹੀ ਇੰਡਸਟਰੀਅਲਾਈਜੇਸ਼ਨ ਦੇ ਉੱਤੇ ਬਹੁਤ ਵੱਡਾ ਫੋਕਸ ਕਰਤਾ ਸੀ। ਸੋ ਜਿਹੜੀ ਆਪਣੀ ਸੈਕਿੰਡ 5 ਈਅਰ ਪਲਾਨ ਜਦੋਂ ਆਪਾਂ ਇਕਨੋਮਿਕ ਪਲਾਨਿੰਗ ਦਾ ਟੌਪਿਕ ਪੜ੍ਹਦੇ ਹਾਂ ਉਹਦੇ ਵਿੱਚ ਇੱਕ 5 ਈਅਰ ਪਲਾਨਿੰਗ ਦਾ ਕਨਸੈਪਟ ਆਉਂਦਾ, ਤੇ ਜਿਹੜਾ ਸੈਕਿੰਡ 5 ਈਅਰ ਪਲਾਨ ਸੀ ਉਹਦੇ ਵਿੱਚ ਹੀ ਗੱਲ ਕੀਤੀ ਗਈ ਸੀ ਇੰਡਸਟਰੀਅਲਾਈਜੇਸ਼ਨ ਦੀ। ਸੋ ਕਹਿੰਦੇ ਜਦੋਂ ਇੰਡਸਟਰੀਅਲਾਈਜੇਸ਼ਨ ਹੋਈ, ਅਰਬਨਾਈਜੇਸ਼ਨ ਹੋਈ, ਜ਼ਿਆਦਾ ਜਿਹੜੇ ਸ਼ਹਿਰੀ ਇਲਾਕੇ ਨੇ ਉਹਨਾਂ ਦੀ ਡਿਵੈਲਪਮੈਂਟ ਸਟਾਰਟ ਹੋਣ ਲੱਗ ਗਈ, ਲੋਕ ਜ਼ਿਆਦਾ ਸ਼ਹਿਰਾਂ ਦੇ ਵਿੱਚ ਵਸਣ ਲੱਗ ਗਏ, ਤਾਂ ਦੋ ਤਰ੍ਹਾਂ ਦੇ ਏਰੀਆ ਨਿਕਲ ਕੇ ਆਏ, ਅਰਬਨ ਤੇ ਰੂਰਲ। ਕਹਿੰਦੇ ਜਿਹੜਾ ਸਰਕਾਰ ਸੀ ਉਹਦੇ ਉੱਤੇ ਇੰਨਾ ਜ਼ਿਆਦਾ ਵਰਕਲੋਡ ਆ ਗਿਆ ਸੀ, ਉਹਨੂੰ ਇੰਨਾ ਜ਼ਿਆਦਾ ਕੰਮ ਕਰਨਾ ਪੈਂਦਾ ਸੀ ਕਿ ਇੱਕ ਤਰ੍ਹਾਂ ਦੀ ਪ੍ਰੋਬਲਮ ਆਉਣ ਲੱਗ ਗਈ ਸੀ ਕਿ ਅਰਬਨ ਤੇ ਰੂਰਲ ਨੂੰ ਇਕੱਠੇ ਕਰਕੇ ਆਪਾਂ ਕਿਵੇਂ ਚਲਾਈਏ। ਸੋ increasing workload and communication gap between government and citizen of the country gave rise to a third tier of government. ਸੋ ਕਹਿੰਦੇ ਇਹੀ ਕਾਰਨ ਹੈ ਕਿ ਜਿਹੜਾ ਸਹੀ ਤਰੀਕੇ ਦੇ ਨਾਲ ਅਰਬਨ ਤੇ ਰੂਰਲ ਚੱਲ ਨਹੀਂ ਸੀ ਪਾ ਰਹੇ ਸਰਕਾਰ ਤੋਂ, ਉਹਨਾਂ ਨੂੰ ਇੱਕ ਤੀਜੀ ਸਰਕਾਰ ਲੈ ਕੇ ਆਉਣ ਦੀ ਲੋੜ ਪਈ, ਪੰਚਾਇਤੀ ਰਾਜ, ਜਿਹਨੂੰ ਆਪਾਂ ਲੋਕਲ ਸੈਲਫ ਗਵਰਨਮੈਂਟ ਕਹਿੰਦੇ ਆ। ਸੋ ਪੰਚਾਇਤੀ ਰਾਜ ਆ ਜਿਹੜੀ, ਬੇਸਿਕਲੀ ਆਪਾਂ ਇਹਦੇ ਵਿੱਚ ਇੰਨਾ ਹੀ ਇਸ ਟਾਈਮ ਸਮਝਾਂਗੇ ਕਿ ਜਿਹੜੀ ਪੰਚਾਇਤੀ ਰਾਜ ਦੀ ਸਰਕਾਰ ਹੈ ਇਹਨੂੰ ਆਪਾਂ ਲੋਕਲ ਸੈਲਫ ਗਵਰਨਮੈਂਟ ਕਹਿੰਦੇ ਆ। ਕਿਉਂ? ਕਿਉਂਕਿ ਲੋਕਲ ਸਥਾਨਕ ਜਿਹੜੇ ਲੋਕ ਨੇ, ਜਿਹੜੇ ਸਥਾਨਕ ਸਿਟੀਜ਼ਨਸ ਨੇ, ਉਹਨਾਂ ਦੀ ਪ੍ਰੋਬਲਮਸ ਨੂੰ ਇੱਕ ਤਰ੍ਹਾਂ ਨਾਲ ਆਪ ਰੈਗੂਲੇਟ ਕਰਦੀ ਹੈ, ਬਿਨਾਂ ਕਿਸੇ ਵੱਡੀ ਸਰਕਾਰ ਦੀ, ਸਟੇਟ ਲੈਵਲ ਦੀ ਜਾਂ ਫਿਰ ਬਿਨਾਂ ਕਿਸੇ ਸੈਂਟਰ ਲੈਵਲ ਦੀ ਸਰਕਾਰ ਦੀ ਇਨਵੋਲਵਮੈਂਟ ਦੀ। ਸੋ ਇਹ ਖੁਦ ਦੇ ਰੂਲਸ ਬਣਾ ਕੇ ਚੱਲਣ ਵਾਲੀ ਸੈਲਫ ਗਵਰਨਿੰਗ ਸਰਕਾਰ ਹੈ, ਸੈਲਫ ਗਵਰਨਿੰਗ ਸਿਸਟਮ ਹੈ। ਇੰਡੀਆ ਦੇ ਵਿੱਚ ਦੋ ਤਰ੍ਹਾਂ ਦੀ ਸੈਲਫ ਗਵਰਨਮੈਂਟ ਹੈ, ਇੱਕ ਤਾਂ ਹੈਗੀ ਆ ਰੂਰਲ ਪਿੰਡਾਂ ਦੇ ਲੈਵਲ ਦੀ, ਇੱਕ ਹੈਗੀ ਆ ਅਰਬਨ ਲੈਵਲ ਦੀ। ਪਿੰਡਾਂ ਦੇ ਲੈਵਲ ਦੀ ਕਿਹੜੀ ਹੁੰਦੀ ਹੈ, ਜਿਵੇਂ ਕਿ ਪੰਚਾਇਤਾਂ ਨੇ ਆਪਣੀਆਂ ਪਿੰਡਾਂ 'ਚ, ਉਹ ਆਉਂਦੀਆਂ ਨੇ ਰੂਰਲ ਸੈਲਫ ਗਵਰਨਮੈਂਟ। ਸ਼ਹਿਰੀ ਖੇਤਰਾਂ ਦੀਆਂ ਸੈਲਫ ਗਵਰਨਮੈਂਟ ਕਿਹੜੀਆਂ ਨੇ, ਜਿਵੇਂ ਆਪਣੀਆਂ ਐਮਸੀ ਵਗੈਰਾ ਦੀਆਂ ਵੋਟਾਂ ਵੀ ਹੁੰਦੀਆਂ ਨੇ, ਆਪਣੇ ਐਮਸੀ ਖੜੇ ਹੁੰਦੇ ਨੇ ਵਾਰਡਸ ਦੇ ਵਿੱਚੋਂ ਸ਼ਹਿਰਾਂ 'ਚ, ਮਿਊਨਿਸਪੈਲਿਟੀ, ਮਿਊਨਿਸਪਲ ਕਾਰਪੋਰੇਸ਼ਨ। ਸੋ ਇਹ ਸ਼ਹਿਰੀ ਖੇਤਰਾਂ ਦੀ ਸੈਲਫ ਗਵਰਨਮੈਂਟ ਹੈ ਤੇ ਪੰਚਾਇਤ ਰੂਰਲ ਪੇਂਡੂ ਖੇਤਰਾਂ ਦੀ ਸੈਲਫ ਗਵਰਨਮੈਂਟ ਹੈ। ਸੋ ਆਈ ਹੋਪ ਤੁਹਾਨੂੰ ਉਰੇ ਤੱਕ ਕਲੀਅਰ ਹੋ ਗਿਆ ਹੋਊਗਾ ਕਿ ਲੋਕਲ ਗਵਰਨਮੈਂਟ ਦਾ ਕੀ ਮਤਲਬ ਹੈ, ਸਥਾਨਕ ਲੋਕਾਂ ਦੇ ਦੁਆਰਾ ਬਣਾਈ ਗਈ ਸਰਕਾਰ। ਉਸ ਤੋਂ ਬਾਅਦ ਅੰਗਰੇਜ਼ਾਂ ਦੇ ਸਮੇਂ ਕੀ ਹਾਲ ਸੀ, ਇੰਡੀਪੈਂਡੈਂਸ ਤੋਂ ਬਾਅਦ ਕਿਉਂ ਜ਼ਰੂਰਤ ਪਈ, ਕਿਉਂਕਿ ਅਰਬਨ ਰੂਰਲ ਦੋ ਤਰ੍ਹਾਂ ਦੇ ਆਪਣੇ ਕੋਲ ਚੀਜ਼ਾਂ ਆ ਗਈਆਂ ਸੀ। ਸੋ ਸਹੀ ਤਰੀਕੇ ਨਾਲ ਚਲਾਉਣ ਲਈ ਆਪਾਂ ਨੂੰ ਇੱਕ ਤੀਜੀ ਟੀਅਰ ਆਫ ਗਵਰਨਮੈਂਟ, ਤੀਜੀ ਦਾ ਮਤਲਬ ਸੈਂਟਰ ਲੈਵਲ, ਸਟੇਟ ਲੈਵਲ ਤੇ ਇਹ ਥਰਡ ਲੈਵਲ ਤੇ। ਸੋ ਦੋ ਤਰ੍ਹਾਂ ਦੀਆਂ ਆਪਣੇ ਰੂਰਲ ਤੇ ਅਰਬਨ ਪੜ੍ਹ ਲਿਆ, ਕਿਹੜੀਆਂ ਕਿਹੜੀਆਂ ਹੁੰਦੀਆਂ ਨੇ। ਕਹਿੰਦੇ ਜਿਹੜੀ ਲੋਕਲ ਗਵਰਨਮੈਂਟ ਹੈ ਇਹਦਾ ਪਬਲਿਕ ਦੇ ਨਾਲ, ਆਮ ਲੋਕਾਂ ਦੇ ਨਾਲ ਸਿੱਧਾ ਡਾਇਰੈਕਟ ਕੰਟੈਕਟ ਹੁੰਦਾ ਹੈ ਤੇ ਇਹ ਸਭ ਤੋਂ ਨੀਚੇ ਦੇ ਲੈਵਲ ਦੀ ਸਰਕਾਰ ਹੈ, ਬਾਟਮ ਮੋਸਟ। ਤੇ ਇਹ ਲੋਕਾਂ ਦੇ ਨਾਲ 1 to 1 ਕਨੈਕਟ ਬਣਾ ਕੇ ਚੱਲਦੀ ਹੈ, ਕੰਮ ਕਰਦੀ ਹੈ, ਉਹਨਾਂ ਨੂੰ ਪ੍ਰੋਪਰ ਰੈਪਰੈਜ਼ੈਂਟ ਕਰਦੀ ਹੈ। ਉਹਨਾਂ ਨੂੰ ਜੇ ਕੋਈ ਵੀ ਲੋਕਲ ਲੈਵਲ ਦੀ ਕੋਈ ਪ੍ਰੋਬਲਮ ਹੈ, ਜਿਵੇਂ ਕੋਈ ਗਲੀਆਂ ਨਹੀਂ ਬਣ ਰਹੀਆਂ, ਸੀਵਰੇਜ ਦੀ ਪ੍ਰੋਬਲਮ ਹੈ, ਪਾਣੀ ਦੀ ਦਿੱਕਤ ਹੈ, ਤਾਂ ਉਹ ਜਿਵੇਂ ਆਪਣੇ ਐਮਸੀ ਨੇ ਜਾਂ ਪਿੰਡਾਂ 'ਚ ਸਰਪੰਚ ਨੇ ਉਹ ਡੀਲ ਕਰਦੇ ਨੇ। ਸੋ ਜਿਹੜੀ ਲੋਕਲ ਗਵਰਨਮੈਂਟ ਹੈ ਇਹਨੂੰ ਇੱਕ ਪ੍ਰੋਪਰ ਰੈਕੋਗਨੀਸ਼ਨ, ਇੱਕ ਪਹਿਚਾਣ ਮਿਲੀ, ਉਹ ਪਹਿਚਾਣ ਦਿੱਤੀ 73 ਤੇ 74 ਅਮੈਂਡਮੈਂਟ ਨੇ। ਕਨਸਟੀਟਿਊਸ਼ਨ ਸੰਵਿਧਾਨ ਉਹਦੇ ਵਿੱਚ ਕੁਝ ਸੋਧ ਲਿਆਂਦੇ ਗਏ ਇਹ ਸਰਕਾਰ ਨੂੰ ਇੱਕ ਪਹਿਚਾਣ ਦੇਣ ਲਈ, ਇਹਦਾ ਇੱਕ ਬੇਸ ਸਟਰੋਂਗ ਕਰਨ ਦੇ ਲਈ। ਸੋ ਇਹ 73rd ਤੇ 74th ਅਮੈਂਡਮੈਂਟ ਆਪਾਂ ਨੇ ਯਾਦ ਰੱਖਣੀ ਹੈ ਜਦੋਂ ਵੀ ਆਪਾਂ ਲੋਕਲ ਗਵਰਨਮੈਂਟ ਇੰਸਟੀਟਿਊਸ਼ਨ ਦਾ ਕੰਸੈਪਟ ਪੜ੍ਹਦੇ ਹਾਂ। India made its constitution and was implemented in 1950, ਆਪਣਾ ਸੰਵਿਧਾਨ 1950 ਚ ਲਾਗੂ ਹੋ ਗਿਆ ਸੀ। After its independence, under the Indian constitution ਜਿਹੜਾ ਆਪਣਾ directive principle of state policy ਦੀ concept ਆਉਂਦਾ
ਉਹਦਾ ਆਰਟੀਕਲ 40 ਹੈ ਜਿਹਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਹਰ ਸਟੇਟ ਹਰ ਰਾਜ ਆਪਣੇ ਸਟੇਟ ਦੇ ਵਿੱਚ ਜਿਹੜੇ ਵਿਲੇਜ ਪੰਚਾਇਤ ਨੇ ਗ੍ਰਾਮ ਪੰਚਾਇਤ ਨੇ ਇਹਨਾਂ ਨੂੰ ਇੰਟਰੋਡਿਊਸ ਕਰੂ। ਸੋ ਵਿਲੇਜ ਤੇ ਗ੍ਰਾਮ ਪੰਚਾਇਤ ਦਾ ਕਨਸੈਪਟ ਕਨਸਟੀਟਿਊਸ਼ਨ ਦੇ ਵਿੱਚੋਂ ਹੀ ਆਉਂਦਾ ਹੈ। ਤੇ ਜਿਹੜਾ ਪਹਿਲਾ 5 ਈਅਰ ਪਲਾਨ ਸੀ, ਜਿਵੇਂ ਮੈਂ ਤੁਹਾਨੂੰ ਦੱਸਿਆ ਪਿੱਛੇ ਕਿ ਜਿਹੜਾ ਦੂਜਾ ਇਕਨੋਮਿਕ 5 ਈਅਰ ਪਲਾਨ ਸੀ ਉਹਦੇ ਵਿੱਚ ਕੀ ਸੀ, ਇੰਡਸਟਰੀਲਾਈਜੇਸ਼ਨ ਅਰਬਨਾਈਜੇਸ਼ਨ। ਸੋ ਜਿਹੜਾ ਪਹਿਲਾ 5 ਈਅਰ ਪਲਾਨ ਸੀ ਇਹਦੇ ਵਿੱਚ ਇਹ ਲਿਖਿਆ ਹੋਇਆ ਸੀ ਸਾਫ਼-ਸਾਫ਼ ਕਿ ਆਪਾਂ ਨੇ ਇਹ ਜਿਹੀ ਪਾਲਿਸੀ ਤਿਆਰ ਕਰਨੀਆਂ ਨੇ ਦੇਸ਼ ਨੂੰ ਚਲਾਉਣ ਦੀਆਂ ਜਿਹਦੇ ਵਿੱਚ ਰੂਰਲ ਤੇ ਅਰਬਨ ਦੋਨੋਂ ਖੇਤਰਾਂ ਦੀ ਵੱਖ-ਵੱਖ ਤਰੀਕੇ ਦੇ ਨਾਲ ਡਿਵੈਲਪਮੈਂਟ ਹੋ ਸਕੇ। ਸੋ ਜਦੋਂ ਇਹ ਸਾਰੀਆਂ ਚੀਜ਼ਾਂ ਆ ਗਈਆਂ, ਕਨਸਟੀਟਿਊਸ਼ਨ ਆ ਗਿਆ, ਸੰਵਿਧਾਨ ਆ ਗਿਆ, ਆਪਣੇ ਕੋਲ ਪਾਲਿਸੀਜ਼ ਆ ਗਈਆਂ, ਹੁਣ ਆਪਾਂ ਨੂੰ ਕੁਝ ਲੋਕਾਂ ਦੀ ਕੁਝ ਐਕਸਪਰਟਸ ਦੀ ਜ਼ਰੂਰਤ ਸੀ ਜਿਹੜੇ ਬੈਠ ਕੇ ਇਹ ਡਿਸਕਸ ਕਰ ਸਕਣ ਕਿ ਆਪਾਂ ਨੇ ਇਹ ਲੋਕਲ ਗਵਰਨਮੈਂਟ ਨੂੰ ਕਿਵੇਂ ਦੇਸ਼ 'ਚ ਲੈ ਕੇ ਆਉਣਾ। ਸੋ ਜਦੋਂ ਇਹ 73rd ਤੇ 74th ਅਮੈਂਡਮੈਂਟ ਆਈ ਉਸ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਨੇ ਸੋਚ ਵਿਚਾਰ ਕੀਤਾ ਕਿ ਇਹਨੂੰ ਲੈ ਕੇ ਆਈਏ ਨਾ ਲੈ ਕੇ ਆਈਏ, ਕਿਵੇਂ ਦਾ ਲੈ ਕੇ ਆਈਏ, ਲੋਕਲ ਗਵਰਨਮੈਂਟ 'ਚ ਕੌਣ-ਕੌਣ ਹੋਣਾ ਚਾਹੀਦਾ ਹੈ। ਸੋ ਆਪਾਂ ਇੱਕ ਕਮੇਟੀਜ਼ ਪੜਾਂਗੇ ਤੇ ਕਮੇਟੀਜ਼ 100% ਐਗਜ਼ਾਮ ਦੇ ਵਿੱਚ ਬਾਰ-ਬਾਰ ਪੁੱਛੀਆਂ ਜਾਂਦੀਆਂ ਨੇ। ਸੋ ਯੂ ਮਸਟ ਰਿਮੈਂਬਰ ਦ ਨੇਮ ਐਜ਼ ਵੈਲ ਐਜ਼ ਦ ਈਅਰ ਆਫ ਐਸਟੈਬਲਿਸ਼ਮੈਂਟ। ਸੋ ਪਹਿਲੀ ਕਮੇਟੀ ਹੈ ਬਲਵੰਤ ਰਾਏ ਮਹਿਤਾ ਕਮੇਟੀ। ਇਹ 1957 ਚ ਬਣੀ ਤੇ ਇਹਨੇ ਕਿਹਾ ਸੀ ਕਿ ਇੱਕ 3 ਟਾਇਰ ਸਿਸਟਮ ਹੋਣਾ ਚਾਹੀਦਾ ਗਵਰਨੈਂਸ ਦਾ, ਕਿ ਸੈਂਟਰ ਹੋਵੇ, ਸਟੇਟ ਹੋਵੇ, ਫਿਰ ਇੱਕ ਨੀਚੇ ਦੀ ਬਾਡੀਜ਼ ਵੀ ਹੋਣੀਆਂ ਚਾਹੀਦੀਆਂ ਨੇ। ਸੋ ਇਹਨੇ 3 ਟਾਇਰ ਸਿਸਟਮ ਦਿੱਤਾ। ਉਸ ਤੋਂ ਬਾਅਦ ਅਸ਼ੋਕ ਮਹਿਤਾ ਕਮੇਟੀ। ਤੇ ਅਸ਼ੋਕ ਮਹਿਤਾ ਕਮੇਟੀ, ਇਹਦੇ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਕਿ 3 ਟਾਇਰ ਜਿਹੜਾ ਸਿਸਟਮ ਹੈ ਇਹਨੂੰ ਆਪਾਂ ਦੋ ਤਰ੍ਹਾਂ ਦੇ ਨਾਲ ਪੜ੍ਹਦੇ ਹਾਂ। ਇੱਕ ਤਾਂ ਸੈਂਟਰ, ਸਟੇਟ, ਲੋਕਲ ਲੈਵਲ। ਤੇ ਜਿਹੜਾ ਲੋਕਲ ਲੈਵਲ ਹੈ, ਜਿਹੜੀ ਉਰੇ ਗੱਲ ਕੀਤੀ ਗਈ ਹੈ, ਇਹ ਕੀਤੀ ਗਈ ਹੈ ਡਿਸਟ੍ਰਿਕਟ, ਕਿ ਇੱਕ ਜ਼ਿਲ੍ਹੇ ਦੀ ਸਰਕਾਰ, ਫਿਰ ਇੱਕ ਬਲਾਕ ਲੈਵਲ ਦੀ, ਫਿਰ ਇੱਕ ਪਿੰਡਾਂ ਦੇ ਲੈਵਲ ਦੀ, ਵਿਲੇਜ ਲੈਵਲ। ਸੋ ਇਸ ਤਰ੍ਹਾਂ ਦੀ ਕਹਿੰਦੇ 3 ਟੀਅਰ ਸਰਕਾਰ ਹੋਣੀ ਚਾਹੀਦੀ ਹੈ। ਸੋ ਜਿਹੜਾ ਡਿਸਟ੍ਰਿਕਟ ਹੈ ਉਹਦੇ ਵਿੱਚ ਕੌਣ ਹੋ, ਜ਼ਿਲ੍ਹਾ ਪਰਿਸ਼ਦ, ਬਲਾਕ ਵਿੱਚ ਪੰਚਾਇਤ ਸਮਿਤੀ ਤੇ ਵਿਲੇਜ ਵਿੱਚ ਗ੍ਰਾਮ ਪੰਚਾਇਤ, ਵਿਲੇਜ ਪੰਚਾਇਤ। ਸੋ ਇਸ ਤਰ੍ਹਾਂ ਦੇ ਨਾਲ ਆਪਾਂ ਨੇ ਡੀਸੈਂਟਰਲਾਈਜੇਸ਼ਨ ਕਰਨੀ ਹੈ, ਵੰਡਣਾ ਆਪਾਂ ਨੇ ਪਾਵਰਸ ਨੂੰ ਲੋਕਲ ਲੈਵਲ ਤੇ। ਸੋ ਇਹ ਗੱਲ ਕੀਤੀ ਸੀ ਬਲਵੰਤ ਰਾਏ ਮਹਿਤਾ ਕਮੇਟੀ ਨੇ। ਫਿਰ ਆਉਂਦੀ ਹੈ ਅਸ਼ੋਕ ਮਹਿਤਾ ਕਮੇਟੀ। ਇਹ 1977 ਚ ਆਈ। ਇਹਨਾਂ ਨੇ ਕਿਹਾ ਕਿ 3 ਦੀ ਲੋੜ ਨਹੀਂ, ਸਿਰਫ 2 ਤਰ੍ਹਾਂ ਦਾ ਸਿਸਟਮ ਰੱਖੋ। ਫਿਰ ਆਉਂਦੀ ਸੀ ਸਰਕਾਰੀਆ ਕਮਿਸ਼ਨ। ਜਿਹੜਾ ਸਰਕਾਰੀਆ ਕਮਿਸ਼ਨ ਹੈ ਇਹ 1983 ਚ ਆਇਆ, ਬਹੁਤ ਇੰਪੋਰਟੈਂਟ ਕਮਿਸ਼ਨ ਹੈ। ਇਹਨਾਂ ਨੇ ਕਿਹਾ ਕਿ ਗਰਾਊਂਡ ਲੈਵਲ ਤੇ ਜਿਹੜੀ ਪਾਵਰ ਹੈ, dissemination of power to the ground level will not be effective until the management of villages। ਸੋ ਇਹਨਾਂ ਨੇ ਸਿੱਧਾ ਕਿਹਾ ਕਿ ਜਦੋਂ ਤੱਕ ਆਪਾਂ ਚਾਹੁੰਦੇ ਹਾਂ ਕਿ ਆਪਾਂ ਜਿਹੜੀ ਲੋਕਲ ਲੈਵਲ ਦੀ ਸਰਕਾਰ ਹੈ, ਚਾਹੇ ਡਿਸਟ੍ਰਿਕਟ ਦੀ ਹੈ, ਬਲਾਕ ਦੀ ਹੈ, ਵਿਲੇਜ ਦੀ ਹੈ, ਉਹ ਅਸਲੀ ਕਿੱਥੋਂ ਉੱਠਣੀ ਹੈ, ਉਹ ਪਿੰਡਾਂ ਤੋਂ ਉੱਠਣੀ ਹੈ। ਸੋ ਕਹਿੰਦੇ ਰੂਰਲ ਏਰੀਆਜ਼ ਦੀ ਇੰਪਰੂਵਮੈਂਟ ਬਹੁਤ ਜ਼ਰੂਰੀ ਹੈ, ਇਹ ਕਿਹਾ ਸਰਕਾਰੀਆ ਕਮਿਸ਼ਨ ਨੇ। ਉਸ ਤੋਂ ਬਾਅਦ ਆਉਂਦਾ GVK ਰਾਓ ਕਮੇਟੀ। ਜਿਹੜੀ ਇਹ ਕਮੇਟੀ ਸੀ ਇਹ 1985 ਚ ਬੈਠੀ। ਇਹਨਾਂ ਨੇ ਇੱਕ ਪ੍ਰੋਬਲਮ ਸਾਹਮਣੇ ਰੱਖੀ ਕਿ ਜਿੰਨੀਆਂ ਵੀ ਇਲੈਕਸ਼ਨਸ ਹੁੰਦੀਆਂ ਨੇ ਲੋਕਲ ਗਵਰਨਮੈਂਟ ਦੀਆਂ, ਉਹਨਾਂ ਨੂੰ ਰੈਗੂਲਰਲੀ ਕੰਡਕਟ ਕਰਵਾਉਣਾ। ਸੋ ਇਹਦੇ ਵਿੱਚ ਜਿਹੜੀ ਇਹ ਕਮੇਟੀ ਸੀ ਇਹਨਾਂ ਨੇ ਕੁਝ ਐਵੇਂ ਨਹੀਂ ਦੱਸਿਆ ਵੀ 3 ਟਾਇਰ ਹੋਵੇ, 2 ਟਾਇਰ ਹੋਵੇ। ਇਹਨਾਂ ਨੇ ਸਿੱਧੀ ਮੇਨ ਇਹ ਗੱਲ ਰੱਖੀ ਕਿ ਜੇ ਆਪਾਂ ਚਾਹੁੰਦੇ ਹਾਂ ਕਿ ਲੋਕਲ ਲੈਵਲ ਦੀ ਸਰਕਾਰ ਆਵੇ ਤਾਂ ਇਸ ਟਾਈਪ ਦੀ ਸਰਕਾਰ ਹੋਵੇ ਵੀ ਉਹ ਪ੍ਰੋਪਰਲੀ ਰੈਪਰੈਜ਼ੈਂਟੇਟਿਡ ਹੋਵੇ। ਮਤਲਬ ਕਿ ਉਹਦੇ ਵਿੱਚ ਇੱਕ ਲੀਡਰ ਚੁਣੋ, ਤੁਸੀਂ ਇੱਕ ਰੈਪਰੈਜ਼ੈਂਟੇਟਿਵ ਚੁਣੋ, ਇਲੈਕਸ਼ਨਸ ਕਰਵਾਓ। ਉਹ ਕਹਿੰਦੇ ਕਿ ਇਨਫੋਰਮਲ ਤਰੀਕੇ ਦੇ ਨਾਲ ਨਾ ਕਰੋ ਤੁਸੀਂ ਕੋਈ ਕੰਮ, ਤੁਸੀਂ ਜੇ ਕਰਨਾ ਹੈ ਤਾਂ ਸਹੀ ਤਰੀਕੇ ਦੇ ਨਾਲ, ਫਾਰਮਲ ਤਰੀਕੇ ਦੇ ਨਾਲ ਇੱਕ ਰੈਗੂਲੇਸ਼ਨ ਤਿਆਰ ਕਰੋ, ਇੱਕ ਲਾਅ ਲੈ ਕੇ ਆਓ। ਲਾਸਟ ਵਿੱਚ ਆਉਂਦੀ ਹੈ M ਸਿੰਘਵੀ ਕਮੇਟੀ। ਇਹ 1987 ਚ ਆਈ ਤੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਕਮੇਟੀ ਹੈ, ਜਿਹਦੇ ਨਾਲ ਜਿਹੜੀ ਲੋਕਲ ਸੈਲਫ ਗਵਰਨਮੈਂਟ ਹੈ ਇਹਦਾ ਕੰਸੈਪਟ ਉੱਪਰ ਉੱਠਿਆ। ਜਿਹੜੀ ਇਹ ਕਮੇਟੀ ਸੀ ਇਹਨਾਂ ਨੇ ਹੀ ਕਿਹਾ ਕਿ ਆਪਾਂ ਨੂੰ ਕਨਸਟੀਟਿਊਸ਼ਨ, ਸੰਵਿਧਾਨ ਤੋਂ ਇੱਕ ਰੈਕੋਗਨੀਸ਼ਨ, ਇੱਕ ਪਹਿਚਾਣ ਦਿਵਾਉਣ ਦੀ ਲੋੜ ਹੈ, ਕਿਉਂਕਿ ਜਿਹੜੀ ਚੀਜ਼ ਵੀ ਆਪਣੇ ਕਨਸਟੀਟਿਊਸ਼ਨ ਚ ਆ ਜਾਂਦੀ ਹੈ ਉਹ ਪੂਰੇ ਦੇਸ਼ ਵਿੱਚ ਇਫੈਕਟਿਵਲੀ ਲਾਗੂ ਹੁੰਦੀ ਹੈ, ਉਹਦਾ ਇੱਕ ਲਾਅ ਬਣਦਾ ਹੈ। ਸੋ ਕਹਿੰਦੇ ਆਪਾਂ ਨੂੰ ਜੇ ਇਹ ਚਾਹੁੰਦੇ ਹਾਂ ਵੀ ਜਿਹੜੀ ਲੋਕਲ ਸੈਲਫ ਗਵਰਨਮੈਂਟ ਹੈ ਉਹ ਪ੍ਰੋਪਰਲੀ ਵਰਕ ਕਰੇ, ਦੇਸ਼ ਦੇ ਵਿੱਚ ਚੱਲੇ, ਪੰਚਾਇਤ ਵਗੈਰਾ ਦਾ ਰੋਲ ਇਫੈਕਟਿਵ ਹੋਵੇ, ਤਾਂ ਕਹਿੰਦੇ ਆਪਾਂ ਨੂੰ ਕਨਸਟੀਟਿਊਸ਼ਨ ਦੇ ਵਿੱਚ ਇੱਕ ਪਹਿਚਾਣ ਦਿਵਾਉਣੀ ਪਊ, ਇੱਕ ਅਮੈਂਡਮੈਂਟਸ ਲੈ ਕੇ ਆਉਣੀਆਂ ਪੈਣਗੀਆਂ।
So before moving further with the topic, I want to share something very important with you guys. So मैं रेस ਅਕੈਡਮੀ ऑफिशियल ਦੇ ਪਲੇਟਫਾਰਮ ਦੇ ਥਰੂ YouTube ਚੈਨਲ ਦੇ ਥਰੂ ਡੇਲੀ ਸਵੇਰੇ ਮਾਰਨਿੰਗ ਦੇ ਵਿੱਚ ਕਰੰਟ ਅਫੇਅਰ ਕਰਵਾਉਣੀ ਆ। ਸੋ ਜੇ ਤੁਸੀਂ ਮੇਰੇ ਤੋਂ ਪੰਜਾਬੀ ਦੇ ਵਿੱਚ ਸਿੰਪਲ ਤਰੀਕੇ ਦੇ ਨਾਲ ਕਰੰਟ ਅਫੇਅਰ ਪੜ੍ਹਨੇ ਨੇ ਡੇਲੀ ਬੇਸਿਸ ਤੇ ਤਾਂ ਤੁਸੀਂ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਤੇ ਉੱਥੇ ਕਰੰਟ ਅਫੇਅਰ ਦੇਖੋ। ਨਾਲ ਹੀ ਰੇਸ ਅਕੈਡਮੀ ਦੇ ਦੁਆਰਾ ਇੱਕ ਮੰਥਲੀ ਮੈਗਜ਼ੀਨ ਕੱਢਿਆ ਜਾਂਦਾ ਹੈ ਕਰੰਟ ਅਫੇਅਰ ਦਾ। ਇਹਦਾ ਰੇਟ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੈ ਤੇ ਜਿੰਨੇ ਇੰਪੋਰਟੈਂਟ ਮੇਜਰ ਸੋਰਸਿਸ ਨੇ ਉਹ ਸਾਰਿਆਂ ਨੂੰ ਕੰਪਾਈਲ ਕਰਕੇ ਇਸ ਮੈਗਜ਼ੀਨ ਦੇ ਵਿੱਚ ਪਾਇਆ ਗਿਆ ਹੈ। ਸੋ ਤੁਸੀਂ ਇਸ ਮੈਗਜ਼ੀਨ ਨੂੰ ਬਾਏ ਕਰ ਸਕਦੇ ਹੋ। ਨਾਲ ਹੀ ਇੱਕ ਐਪ ਵੀ ਹੈ ਰੇਸ ਅਕੈਡਮੀ ਅਫੀਸ਼ੀਅਲ ਦਾ, ਤੁਸੀਂ ਉਹ ਐਪ ਨੂੰ ਪਲੇ ਸਟੋਰ ਤੋਂ ਡਾਊਨਲੋਡ ਕਰੋ, ਇੰਸਟਾਲ ਕਰੋ। ਉਹਦੇ ਵਿੱਚ ਤੁਹਾਨੂੰ ਫ੍ਰੀ ਕੰਟੈਂਟ ਵੀ ਮਿਲ ਰਿਹਾ ਹੈ, ਬਹੁਤ ਸਾਰੇ ਕੋਰਸਿਸ ਦੀ ਆਪਸ਼ਨ ਮਿਲ ਰਹੀ ਹੈ ਤੇ ਮੈਂ ਸਪੈਸੀਫਿਕਲੀ ਇਕਨੋਮਿਕਸ ਟੈਕਸੇਸ਼ਨ ਸਬਜੈਕਟ ਪੜ੍ਹਾ ਰਹੀ ਹਾਂ। ਸੋ ਉਹਦਾ ਪੂਰਾ ਇੱਕ ਕੰਪਲੀਟ ਕੋਰਸ ਹੈ। ਤੁਸੀਂ ਉਹਨੂੰ ਐਕਸਾਈਜ਼ ਇੰਸਪੈਕਟਰ ਦਾ ਜਿਹੜਾ ਮੇਨ ਫੁੱਲ ਕੋਰਸ ਹੈ ਉਹਦੇ ਅੰਦਰ ਵੀ ਲੈ ਸਕਦੇ ਹੋ, ਜਾਂ ਅਲੱਗ ਤੋਂ ਜੇ ਤੁਸੀਂ ਮੇਰੇ ਤੋਂ ਇਕਨੋਮਿਕਸ ਪੜ੍ਹਨਾ ਚਾਹੁੰਦੇ ਹੋ ਤਾਂ ਮੈਂ ਉੱਥੇ ਬਹੁਤ ਆਸਾਨ ਤਰੀਕੇ ਦੇ ਨਾਲ ਇਕਨੋਮਿਕਸ ਦਾ ਪੂਰੀ ਡੀਪਲੀ ਹਰ ਟੌਪਿਕ ਨੂੰ ਟੱਚ ਕਰਕੇ ਕਰਵਾ ਰਹੀ ਹਾਂ। ਸੋ ਤੁਸੀਂ ਉੱਥੇ ਕੋਰਸ ਬਾਏ ਕਰਕੇ ਇਕਨੋਮਿਕਸ ਵੀ ਪੜ੍ਹ ਸਕਦੇ ਹੋ। ਸੋ ਹੁਣ ਆਪਾਂ ਆਪਣੇ ਟੌਪਿਕ ਤੇ ਆਉਂਦੇ ਹਾਂ, 73rd ਅਮੈਂਡਮੈਂਟ ਐਂਡ ਪੰਚਾਇਤੀ ਰਾਜ। ਸੋ ਪੰਚਾਇਤੀ ਰਾਜ ਨੂੰ ਲੈ ਕੇ, ਲੋਕਲ ਗਵਰਨਮੈਂਟ ਨੂੰ ਲੈ ਕੇ ਜਿਹੜੀ ਪਹਿਲੀ ਅਮੈਂਡਮੈਂਟ, ਪਹਿਲਾ ਸੋਧ ਹੋਇਆ ਸੀ ਸੰਵਿਧਾਨ ਦੇ ਵਿੱਚ, ਉਹ ਸੀ 73rd। ਇਹਦਾ ਆਪਾਂ ਨੇ ਨੰਬਰ ਵੀ ਯਾਦ ਰੱਖਣਾ ਹੈ, ਈਅਰ ਵੀ ਯਾਦ ਰੱਖਣਾ ਹੈ। ਸੋ ਆਫਟਰ ਦ ਰეკਮੈਂਡੇਸ਼ਨ ਆਫ ਦਿਸ ਕਮੇਟੀ, ਜਿਹੜੀ ਸਿੰਘਵੀ ਕਮੇਟੀ ਸੀ ਉਹਨੇ ਜਦੋਂ ਰეკਮੈਂਡ ਕੀਤਾ ਤਾਂ ਉਸ ਤੋਂ ਬਾਅਦ 73rd ਅਮੈਂਡਮੈਂਟ ਆਈ। ਇਹ ਇੱਕ ਟਰਨਿੰਗ ਪੁਆਇੰਟ ਸੀ, ਇਹਨੇ ਸਾਰਾ ਹੁਲੀਆ ਹੀ ਬਦਲਤਾ ਦੇਸ਼ 'ਚ ਲੋਕਲ ਸੈਲਫ ਗਵਰਨਮੈਂਟ ਦਾ, ਕਿਉਂਕਿ ਇਸ ਤੋਂ ਬਾਅਦ ਇੱਕ ਬਹੁਤ ਜ਼ਿਆਦਾ ਇਫੈਕਟਿਵ ਸਟਰੋਂਗ ਤਰੀਕੇ ਦੇ ਨਾਲ ਲੋਕਲ ਸੈਲਫ ਗਵਰਨਮੈਂਟ ਨਿਕਲ ਕੇ ਆਈ ਤੇ ਇਹਨੇ ਜਿਹੜੀ ਸਟੇਟ ਗਵਰਨਮੈਂਟ ਸੀ ਉਹਨੂੰ ਕਿਹਾ ਕਿ ਤੁਸੀਂ ਡਿਵੈਲਪ ਕਰਨੀਆਂ ਨੇ ਲੋਕਲ ਬਾਡੀਜ਼ ਕਨਸਟੀਟਿਊਸ਼ਨ ਦੇ ਨਾਲ ਮਿਲ ਕੇ, ਕਿ ਜੋ ਗਾਈਡਲਾਈਨਸ, ਜੋ ਤੁਹਾਨੂੰ ਆਰਡਰ ਕਨਸਟੀਟਿਊਸ਼ਨ ਦੇ ਰਿਹਾ ਹੈ ਤੁਸੀਂ ਉਹਦੇ ਅਕੋਰਡਿੰਗ ਚੱਲ ਕੇ ਆਪਣੇ ਆਪਣੀ ਸਟੇਟ ਦੇ ਵਿੱਚ ਪੰਚਾਇਤਸ ਨੂੰ ਲੈ ਕੇ ਆਉਣਾ। ਤੇ ਪਹਿਲੀ ਸਟੇਟ ਕਿਹੜੀ ਸੀ ਜਿਹਨੇ ਪੰਚਾਇਤੀ ਰਾਜ ਨੂੰ ਇਨਕਲਕੇਟ ਕੀਤਾ, ਆਪਣੇ ਅੰਦਰ ਲੈ ਕੇ ਆਈ? ਸੋ ਇਹ ਕੁਐਸਚਨ ਬਹੁਤ ਵਾਰੀ ਐਗਜ਼ਾਮ 'ਚ ਆਇਆ ਹੈ। ਸੋ ਫਰਸਟ ਸਟੇਟ ਰਾਜਸਥਾਨ। ਰਾਜਸਥਾਨ became the first state to implement ਪੰਚਾਇਤੀ ਰਾਜ ਤੇ ਕਿੰਨੀ ਤਰੀਕ ਨੂੰ? 2 ਅਕਤੂਬਰ 1959। ਸੋ ਇਹ ਡੇਟ ਵੀ ਇੰਪੋਰਟੈਂਟ ਹੈ, ਗਾਂਧੀ ਜੀ ਦੇ ਬਰਥਡੇ ਵਾਲੇ ਦਿਨ, ਤੇ ਪਹਿਲੀ ਸਟੇਟ ਸੀ ਰਾਜਸਥਾਨ। ਸੋ ਪਾਰਟ 9, ਜਿਹੜਾ ਆਪਣੇ ਸੰਵਿਧਾਨ ਦਾ ਪਾਰਟ 9 ਹੈ, ਉਹਦੇ ਵਿੱਚ ਨਵਾਂ ਇੱਕ ਆਰਟੀਕਲਸ ਐਡ ਕਰ ਦਿੱਤੇ ਗਏ 243 ਤੋਂ 243O। ਇਹ ਆਪਾਂ ਨੇ ਯਾਦ ਰੱਖਣਾ ਹੈ, ਪਾਰਟ ਨੰਬਰ, ਕਿ ਕਿਹੜੇ ਆਰਟੀਕਲਸ ਆਏ, ਕਿਹੜਾ ਸ਼ਡਿਊਲ ਆਇਆ। ਸੋ 11ਵੀਂ ਲਿਸਟ ਹੈ ਜਿਹੜੀ, ਸ਼ਡਿਊਲ 11 ਕਨਸਟੀਟਿਊਸ਼ਨ ਦਾ, ਸੰਵਿਧਾਨ ਦਾ, ਉਹਦੇ ਵਿੱਚ ਪ੍ਰੋਪਰਲੀ ਮੈਂਸ਼ਨਡ ਹੈ ਕਿ ਪੰਚਾਇਤ ਦੇ ਅੰਦਰ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ। So Supreme Court was of the view that attributes of Panchayat will remain unchanged. The main objective of amendment is to recognize village Panchayat constitutionally. So Supreme Court ਕਹਿੰਦੀ ਕਿ ਜਿਹੜੀ already ਪੰਚਾਇਤ ਦਾ concept ਚੱਲ ਰਿਹਾ ਉਹਦੇ 'ਚ ਕੋਈ ਤਬਦੀਲੀ ਨਹੀਂ ਆਊ। ਸਿਰਫ ਮੈਂ constitution ਦੇ through ਕਿਉਂ ਲੈ ਕੇ ਆ ਰਿਹਾ ਇਸ amendment ਨੂੰ? ਕਿਉਂਕਿ Supreme Court ਕਹਿੰਦੀ ਕਿ ਮੈਂ ਚਾਹੁੰਦਾ ਕਿ ਲੋਕਾਂ ਦੇ ਅੰਦਰ ਇੱਕ ਤਰ੍ਹਾਂ ਦੀ ਸ਼ੋਰਿਟੀ ਆ ਜਾਵੇ, ਜਿਹੜੀਆਂ ਸਰਕਾਰਾਂ ਨੇ ਉਹ ਇਸ ਚੀਜ਼ ਵੱਲ ਵੱਖ ਤਰੀਕੇ ਤੋਂ ਧਿਆਨ ਦੇਣ, ਅਲੱਗ-ਅਲੱਗ ਫੰਡ ਐਲੋਕੇਟ ਹੋਵੇ ਪੰਚਾਇਤਾਂ ਨੂੰ, ਸੋ ਦੈਟ ਜਿਹੜੇ ਰੂਰਲ ਏਰੀਆਜ਼ ਨੇ, ਲੋਕਲ ਗਵਰਨਮੈਂਟ ਹੈ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਨਾ ਆਵੇ। ਤੇ ਜੇ ਕੋਈ ਪੰਚਾਇਤ ਨੂੰ ਫੰਡ ਵਗੈਰਾ ਨਹੀਂ ਦੇ ਰਹੀ ਸਰਕਾਰ, ਤਾਂ ਪੰਚਾਇਤ ਸਾਡੇ ਕੋਲ ਕੋਰਟ ਵਿੱਚ ਆ ਸਕਦੀਆਂ ਨੇ। ਸੋ ਕਹਿੰਦੇ ਮੈਂ ਇੱਕ ਤਰ੍ਹਾਂ ਨਾਲ ਰੈਕੋਗਨਾਈਜ਼ ਕਰਨ ਲਈ, ਇੱਕ ਪਹਿਚਾਣ ਦਿਵਾਉਣ ਲਈ ਵਿਲੇਜ ਪੰਚਾਇਤ ਨੂੰ ਕਨਸਟੀਟਿਊਸ਼ਨ ਦੇ ਥਰੂ ਇਹ ਅਮੈਂਡਮੈਂਟ ਕਰਕੇ ਨਵੇਂ ਚੈਪਟਰ ਐਡ ਕੀਤੇ ਹਨ। ਸੋ ਅਮੈਂਡਮੈਂਟ ਦੇ ਵਿੱਚ ਲਿਖਿਆ ਹੋਇਆ ਸੀ ਕਿ 3 ਤਰ੍ਹਾਂ ਦੀ ਪੰਚਾਇਤੀ ਰਾਜ ਇੰਸਟੀਟਿਊਸ਼ਨ ਦਾ ਸਿਸਟਮ ਰਹੂਗਾ। ਸੋ ਇਹ ਕਿਹੜਾ? ਗ੍ਰਾਮ ਪੰਚਾਇਤ, ਪੰਚਾਇਤ ਸਮਿਤੀ, ਜ਼ਿਲ੍ਹਾ ਪੰਚਾਇਤ। ਇਹ ਬਹੁਤ ਇੰਪੋਰਟੈਂਟ, ਆਪਾਂ ਨੇ ਤਿੰਨੋਂ ਯਾਦ ਰੱਖਣੇ ਆ। ਸੋ ਜਿਹੜੀ ਇਹ 3 ਲੈਵਲ ਦਾ ਸਿਸਟਮ ਹੈ, ਇਹ ਕਿਹੜੇ ਲੋਕਲ ਲੈਵਲ ਤੇ ਬਣਿਆ? ਵਿਲੇਜ, ਬਲਾਕ, ਡਿਸਟ੍ਰਿਕਟ। ਸੋ ਵਿਲੇਜ ਲੈਵਲ ਤੇ ਗ੍ਰਾਮ ਪੰਚਾਇਤ, ਬਲਾਕ ਲੈਵਲ ਤੇ ਪੰਚਾਇਤ ਸਮਿਤੀ, ਜ਼ਿਲ੍ਹਾ ਪੰਚਾਇਤ, ਡਿਸਟ੍ਰਿਕਟ ਲੈਵਲ ਤੇ। ਸੋ ਇਹ ਆਪਾਂ ਨੇ ਯਾਦ ਰੱਖਣਾ। After such development, now there was the need for the authority that will regulate administer election. ਕਹਿੰਦੇ ਹੁਣ ਆਪਾਂ ਨੇ ਅਥਾਰਟੀ ਬਣਾਤੀ, ਲੋਕਲ ਗਵਰਨਮੈਂਟ ਬਣਾਤੀ ਹੈ 3 ਜਗ੍ਹਾ ਤੇ, ਇਹਨਾਂ ਨੂੰ ਚਲਾਉਣ ਲਈ ਇੱਕ ਬਾਡੀ ਦੀ ਜ਼ਰੂਰਤ ਸੀ, ਕੁਝ ਆਰਗੇਨਾਈਜੇਸ਼ਨ, ਇੱਕ ਗੱਠ ਦੀ ਜ਼ਰੂਰਤ ਸੀ।
ਸੋ ਉਹ ਕਮਿਸ਼ਨ ਬਣਾਇਆ ਸਟੇਟ ਇਲੈਕਸ਼ਨ ਕਮਿਸ਼ਨ। ਸੋ ਇਹਦੇ ਤੋਂ ਬਾਅਦ ਜਿਹੜਾ ਇਹ ਸਟੇਟ ਇਲੈਕਸ਼ਨ ਕਮਿਸ਼ਨ ਹੈ ਇਹ ਹਰ 5 ਸਾਲ ਬਾਅਦ ਹੈਲਪ ਕਰਦਾ ਹੈ ਕਿ ਕਿਵੇਂ ਆਪਾਂ ਨੇ ਜਿਹੜੀਆਂ ਇਲੈਕਸ਼ਨਸ ਨੇ ਉਹ ਕਰਵਾਉਣੀਆਂ ਨੇ ਰਿਲੇਟਡ ਟੂ ਲੋਕਲ ਸੈਲਫ ਗਵਰਨਮੈਂਟ। ਸੋ ਕੀਪਿੰਗ ਇਨ ਵਿਊ ਕਾਸਟ ਸਿਸਟਮ ਡਿਸਕ੍ਰਿਮੀਨੇਟਰੀ ਪ੍ਰੈਕਟਿਸਿਸ, ਕਹਿੰਦੇ ਆਪਾਂ ਨੂੰ ਪਤਾ ਹੈ ਕਿ ਜਿਹੜੇ ਵਿਲੇਜ ਲੈਵਲ ਨੇ ਸਭ ਤੋਂ ਜ਼ਿਆਦਾ ਜੀ ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਜਾਤ ਪਾਤ ਦਾ ਭੇਦਭਾਵ ਹੈ ਉੱਥੇ ਹੁੰਦਾ ਹੈ ਤੇ ਉੱਥੇ ਬਹੁਤ ਸਾਰੇ ਲੋਕ ਰਹਿੰਦੇ ਵੀ ਨੇ, ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬ, ਵਿਮਨ। ਸੋ ਕਹਿੰਦੇ ਇੰਨਾ ਸਾਰੇ ਲੋਕਾਂ ਨੂੰ ਅਲੱਗ ਤੋਂ ਇੱਕ ਸਟਰੋਂਗ ਐਮਪਾਵਰਮੈਂਟ ਦੇਣ ਲਈ, ਇਹਨਾਂ ਨੂੰ ਇੱਕ ਵਧੀਆ ਸਟਰੋਂਗ ਪੋਜੀਸ਼ਨ ਦੇਣ ਲਈ, ਰੈਪਰੈਜ਼ੈਂਟੇਸ਼ਨ ਦੇਣ ਲਈ ਇਸ ਜਿਹੜੀ ਅਮੈਂਡਮੈਂਟ ਲੈ ਕੇ ਆਇਆ ਆਪਾਂ ਪੰਚਾਇਤੀ ਰਾਜ ਦੀ, ਇਹਦੇ ਵਿੱਚ ਸਪੈਸ਼ਲੀ ਅਲੱਗ ਤੋਂ ਕੁਝ ਰੈਜ਼ਰਵੇਸ਼ਨ ਦੇਤੀ ਵੀ ਇੰਨੇ % ਸੀਟਾਂ ਇੱਕ ਔਰਤ ਲੜ ਸਕਦੀ ਹੈ ਜਾਂ ਇੰਨੇ % SC ਕੈਟੇਗਰੀ ਦੇ, ST ਕੈਟੇਗਰੀ ਦੇ। ਸੋ ਗਵਰਨਮੈਂਟ ਨੇ ਇਨਸਰਟ ਕਰਤੀ ਪ੍ਰੋਵੀਜ਼ਨ ਕਿ ਰੈਜ਼ਰਵੇਸ਼ਨ ਹੋਊ SC ST ਤੇ ਵਿਮਨ ਨੂੰ ਲੈ ਕੇ। ਸੋ ਇਹ ਇੰਪੋਰਟੈਂਟ ਯਾਦ ਰੱਖਣਾ ਹੈ ਕਿ ਕਿਹੜੀਆਂ 3 ਕੈਟੇਗਰੀਜ਼ ਨੂੰ ਲੈ ਕੇ ਪੰਚਾਇਤੀ ਰਾਜ ਇੰਸਟੀਟਿਊਸ਼ਨਸ ਦੇ ਅੰਦਰ ਰੈਜ਼ਰਵੇਸ਼ਨ ਹੈ। ਸੋ ਉਸ ਤੋਂ ਬਾਅਦ ਆਉਂਦਾ ਹੁਣ ਆਪਾਂ ਅਮੈਂਡਮੈਂਟ ਦੇ ਥੋੜੇ ਜਿਹੇ ਇੰਪੋਰਟੈਂਟ ਆਰਟੀਕਲਸ ਨੂੰ ਅਲੱਗ-ਅਲੱਗ ਤੋਂ ਦੇਖ ਲੈਂਦੇ ਆ, ਕਿਉਂਕਿ ਐਗਜ਼ਾਮ ਦੇ ਵਿੱਚ ਬਹੁਤ ਵਾਰੀ ਦੇਖਿਆ ਗਿਆ ਹੈ ਕਿ ਜਿਹੜਾ ਇਹ ਟੌਪਿਕ ਹੈ ਇਹਦੇ ਵਿੱਚ ਅਲੱਗ ਤੋਂ ਵੀ ਪੁੱਛਿਆ ਜਾਂਦਾ ਹੈ ਵੀ ਆਰਟੀਕਲ 243E ਕੀ ਡੀਲ ਕਰਦਾ ਹੈ, ਸਟੇਟ ਫਾਈਨੈਂਸ ਕਮਿਸ਼ਨ ਕਿਹੜੇ ਆਰਟੀਕਲ ਦੇ ਅੰਦਰ ਹੈ। ਸੋ ਆਪਾਂ ਨੇ ਇਸ ਤਰ੍ਹਾਂ ਦੇ ਨਾਲ ਮੇਨ ਆਰਟੀਕਲਸ ਨੂੰ ਟੱਚ ਕਰਨਾ ਹੈ, ਦੇਖਣਾ ਹੈ। ਸੋ 3 ਟਾਇਰ ਸਿਸਟਮ ਦਿੱਤਾ ਹੋਇਆ ਆਰਟੀਕਲ 243B ਦੇ ਵਿੱਚ, ਇਹ 'ਚ ਲਿਖਿਆ ਹੋਇਆ ਵੀ ਗ੍ਰਾਮ ਪੰਚਾਇਤ ਦੇ ਵਿੱਚ ਕੌਣ ਕੌਣ ਆਉਂਦਾ, ਵਿਲੇਜ ਪੰਚਾਇਤ, ਪੰਚਾਇਤ ਸਮਿਤੀ ਬਲਾਕ ਲੈਵਲ ਤੇ, ਜ਼ਿਲ੍ਹਾ ਪਰਿਸ਼ਦ ਤੇ ਡਿਸਟ੍ਰਿਕਟ ਲੈਵਲ। ਸੋ ਇਲੈਕਸ਼ਨਸ ਹਰ 5 ਸਾਲ ਬਾਅਦ ਹੋਣਗੀਆਂ, ਇਹ 243E ਦੇ ਵਿੱਚ ਹੈ। ਰੈਜ਼ਰਵੇਸ਼ਨ ਕਿੱਥੇ ਹੋਣਗੀਆਂ, 243D 'ਚ ਰੈਜ਼ਰਵੇਸ਼ਨ ਵਾਲਾ ਤੁਸੀਂ ਪੱਕਾ ਯਾਦ ਕਰਕੇ ਜਾਣਾ ਹੈ, ਕਿਉਂਕਿ ਸਭ ਤੋਂ ਇੰਪੋਰਟੈਂਟ ਕੁਐਸਚਨਸ ਰੈਜ਼ਰਵੇਸ਼ਨ ਵਿੱਚੋਂ ਹੀ ਆਉਂਦੇ ਨੇ ਇਹਦੇ ਆਰਟੀਕਲ ਨੂੰ ਲੈ ਕੇ। ਦੈਨ 243D3 ਦੇ ਵਿੱਚ, ਇਹਦੇ ਵਿੱਚ ਸਪੈਸ਼ਲੀ ਲਿਖਿਆ ਹੋਇਆ ਹੈ ਕਿ ਕਿੰਨੀਆਂ ਰੋਟੇਸ਼ਨ ਦੇ ਬੇਸ ਦੇ ਉੱਤੇ ਕੀਤੀਆਂ ਜਾਣਗੀਆਂ, ਕਿ ਇੱਕ ਵਾਰੀ ਜਿਵੇਂ ਵਿਮਨ ਨੂੰ ਦਿੱਤੀਆਂ ਜਾਂਦੀਆਂ ਨੇ, ਫਿਰ ਜਿਹੜੀਆਂ SC ST ਕੈਟੇਗਰੀ ਦੇ ਵਿਮਨ ਨੇ ਉਹਨਾਂ ਨੂੰ ਕਿੰਨੀਆਂ ਸੀਟਸ ਦੇਣੀਆਂ ਨੇ ਆਪਾਂ ਨੇ, 1/3 ਤੋਂ ਘੱਟ ਨਹੀਂ ਦੇਣੀਆਂ। ਸੋ ਇਹ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ 243D ਕਲੌਜ਼ 3 ਦੇ ਵਿੱਚ। ਦੈਨ 243I, ਇਹ ਵੀ ਬਹੁਤ ਇੰਪੋਰਟੈਂਟ ਹੈ, ਸਟੇਟ ਫਾਈਨੈਂਸ ਕਮਿਸ਼ਨ ਦੀ ਗੱਲ ਕੀਤੀ ਹੈ ਵੀ ਜਿੰਨੇ ਵੀ ਪੰਚਾਇਤੀ ਰਾਜ ਇੰਸਟੀਟਿਊਸ਼ਨ ਨੇ ਇਹਨਾਂ ਨੂੰ ਕਿਹੜਾ ਫੰਡ ਚਾਹੀਦਾ, ਇਹਨਾਂ ਦੇ ਟੈਕਸ, ਡਿਊਟੀ, ਟੋਲ, ਫੀਸ ਸਭ ਕੁਝ ਰਾਜਾਂ ਦੀ ਸਰਕਾਰ ਹੀ ਇਹਨਾਂ ਤੇ ਲਾਗੂ ਕਰੂ ਤੇ ਉਹਨਾਂ ਦੇ ਨਾਲ ਹੀ ਸਾਰਾ ਇਹਦਾ ਜਿਹੜਾ ਆਨਸਰੇਬਲ ਹੋਊ ਪੰਚਾਇਤ ਸਟੇਟ ਗਵਰਨਮੈਂਟ ਨੂੰ, ਸਟੇਟ ਫਾਈਨੈਂਸ ਕਮਿਸ਼ਨ ਨੂੰ ਆਨਸਰੇਬਲ ਹੋਣਗੀਆਂ। 243K ਸਟੇਟ ਇਲੈਕਸ਼ਨ ਕਮਿਸ਼ਨ ਜਿਹੜੀ ਕਿ ਹਰ 5 ਸਾਲ ਬਾਅਦ ਇਲੈਕਸ਼ਨਸ ਕਰਵਾਓ। ਦੈਨ ਦੁਬਾਰਾ 243D ਇਹ ਦੱਸਦਾ ਕਿ ਕੁਝ DPs ਹੋਣਗੀਆਂ ਟੂ ਕੰਸੋਲੀਡੇਟ ਡਿਵੈਲਪਮੈਂਟ ਪਲਾਨ, ਕੁਝ ਡਿਵੈਲਪਮੈਂਟ ਕਮੇਟੀਜ਼ ਬਿਠਾਈਆਂ ਜਾਣਗੀਆਂ ਜਿਹੜੀਆਂ ਕਿ ਪਲਾਨ ਤਿਆਰ ਕਰਕੇ ਦੇਣਗੀਆਂ ਕਿ ਗ੍ਰਾਮ ਪੰਚਾਇਤ ਨੂੰ ਚਲਾਉਣਾ ਕਿਵੇਂ ਹੈ, ਕਿਸ ਤਰ੍ਹਾਂ ਦੇ ਆਪਾਂ ਨੂੰ ਉੱਥੇ ਡਿਵੈਲਪਮੈਂਟ ਕਰਨ ਦੇ ਲਈ, ਅਪਗ੍ਰੇਡੇਸ਼ਨ ਕਰਨ ਦੇ ਲਈ, ਇਨਫਰਾਸਟ੍ਰਕਚਰ ਨੂੰ ਲੈ ਕੇ ਪਾਲਿਸੀਜ਼ ਦੀ ਲੋੜ ਹੈ। ਸੋ 243G ਕਹਿੰਦਾ ਵੀ 11ਵਾਂ ਸ਼ਡਿਊਲ ਐਡ ਕਰੋ ਕਨਸਟੀਟਿਊਸ਼ਨ ਦੇ ਵਿੱਚ, ਜਿਹਦੇ ਤੋਂ ਅਲੱਗ ਤੋਂ ਸਬਜੈਕਟ ਲਿਖ ਦੋ ਵੀ ਆ ਚੀਜ਼ਾਂ, ਆ ਰਿਸਪੌਂਸਿਬਿਲਟੀਆਂ ਨੇ ਪੰਚਾਇਤ ਦੀਆਂ। ਸੋ 29 ਸਬਜੈਕਟ ਲਿਖੇ ਹੋਏ ਨੇ 11ਵੇਂ ਸ਼ਡਿਊਲ ਦੇ ਅੰਦਰ, ਉਹ ਸਬਜੈਕਟਾਂ ਉੱਤੇ ਜਿਹੜੀ ਪੰਚਾਇਤ ਆ ਉਹ ਕੰਮ ਕਰਦੀ ਹੈ। ਸੋ 243 ਆਪਾਂ ਨੂੰ ਗ੍ਰਾਮ ਸਭਾ ਬਾਰੇ ਦੱਸਦਾ ਹੈ। 243C 5 ਦੱਸਦਾ ਹੈ ਕਿ ਚੇਅਰਪਰਸਨ ਹੋਊਗਾ ਇੰਟਰਮੀਡੀਏਟ, ਮਤਲਬ ਕਿ ਵਿੱਚ ਵਾਲੇ ਲੈਵਲ ਤੇ, ਡਿਸਟ੍ਰਿਕਟ ਲੈਵਲ ਪੰਚਾਇਤ ਤੇ। ਸੋ ਉਸ ਤੋਂ ਬਾਅਦ 243O ਹੈ, ਇਹ ਕਹਿੰਦਾ ਵੀ ਕੋਈ ਵੀ ਕਿਸੇ ਵੀ ਕੋਰਟ ਦੇ ਵਿੱਚ ਸਿਰਫ ਇਲੈਕਸ਼ਨ ਪਟੀਸ਼ਨ ਪਾ ਕੇ ਹੀ ਆਪਾਂ ਚੈਲੰਜ ਕਰ ਸਕਦੇ ਹਾਂ ਪੰਚਾਇਤ ਦੀਆਂ ਚੋਣਾਂ ਨੂੰ, ਇਲੈਕਸ਼ਨਾਂ ਨੂੰ। ਇਹਦੇ ਲਈ ਕੋਈ ਆਪਾਂ ਕ੍ਰਿਮੀਨਲ ਜਾਂ ਸਿਵਲ ਕੇਸ ਫਾਈਲ ਨਹੀਂ ਕਰ ਸਕਦੇ। ਜੇ ਕਿਸੇ ਨੂੰ ਪ੍ਰੋਬਲਮ ਹੈ ਕਿ ਜਿਹੜੀ ਸਟੇਟ ਇਲੈਕਸ਼ਨ ਕਮਿਸ਼ਨ ਆ ਉਹਨੇ ਪੰਚਾਇਤ ਦੀਆਂ ਵੋਟਾਂ ਸਹੀ ਨਹੀਂ ਕਰਾਈਆਂ, ਤਾਂ ਉਹ ਇਨਸਾਨ ਇਲੈਕਸ਼ਨ ਪਟੀਸ਼ਨ ਪਾ ਸਕਦਾ ਹੈ, ਪਰ ਪਟੀਸ਼ਨ ਤੋਂ ਬਿਨਾਂ ਕੋਈ ਕੇਸ ਫਾਈਲ ਨਹੀਂ ਕਰ ਸਕਦਾ। ਸੋ ਇਹ ਐਕਸੈਪਸ਼ਨ ਦਿੱਤੀ ਹੋਈ ਹੈ, ਸੇਵਿੰਗ ਕਲੌਜ਼ ਹੈ 243O ਦਾ। ਸੋ ਉਸ ਤੋਂ ਬਾਅਦ ਕਈ ਸਟੇਟ ਕੀ ਕਰਦੀਆਂ ਨੇ ਕਿ ਇਹੋ ਜਿਹੇ ਲਾਅ ਪਾਸ ਕਰ ਦਿੰਦੀਆਂ ਨੇ ਕਿ ਜਿਹੜੀਆਂ 5 ਸਰਪੰਚ ਦੀਆਂ ਇਲੈਕਸ਼ਨਸ ਨੇ ਉਹਨਾਂ ਦੇ ਵਿੱਚ ਜਿਹਦੇ ਵੀ 2 ਤੋਂ ਜ਼ਿਆਦਾ ਬੱਚੇ ਨੇ ਉਹ ਲੜ ਨਹੀਂ ਸਕਦੇ। ਸੋ ਕਹਿੰਦੇ ਇਹ ਚੀਜ਼ 243G ਦੇ ਅਕੋਰਡਿੰਗ ਬਿਲਕੁਲ ਸਹੀ ਹੈ, ਕਨਸਟੀਟਿਊਸ਼ਨਲੀ ਵੈਲਿਡ ਹੈ ਤੇ ਇਹ ਸੁਪਰੀਮ ਕੋਰਟ ਨੇ ਕਿਹਾ ਜਾਵੇਦ ਵਰਸਸ ਸਟੇਟ ਆਫ ਹਰਿਆਣਾ ਕੇਸ। ਕਿਉਂਕਿ ਕਹਿੰਦੇ ਏਦਾਂ ਦਾ ਜਿਹੜਾ ਲਾਅ ਜੇ ਕੋਈ ਪਾਸ ਵੀ ਕਰਦੀ ਹੈ ਪੰਚਾਇਤ ਨੂੰ ਲੈ ਕੇ,
ਉਹਦੇ ਵਿੱਚ ਮਨਸ਼ਾ ਸਹੀ ਹੈ। ਕਿਉਂ? ਕਿਉਂਕਿ ਸੋਸ਼ੋ ਇਕਨੋਮਿਕ ਵੈਲਫੇਅਰ ਮੋਟਿਵ ਦੇ ਨਾਲ ਪਾਸ ਕੀਤੀ ਗਈ ਹੈ। ਸੋ ਇਦਾਂ ਦੀ ਕੋਈ ਵੀ ਅਮੈਂਡਮੈਂਟ, ਕੋਈ ਵੀ ਲਾਅ ਰਿਸਟ੍ਰਿਕਸ਼ਨ ਲਗਾ ਸਕਦੀ ਹੈ ਰਾਜਾਂ ਦੀ ਸਰਕਾਰ ਪੰਚਾਇਤ ਦੀ ਇਲੈਕਸ਼ਨਸ ਨੂੰ ਲੈ ਕੇ। ਸੋ ਕਹਿੰਦੇ ਜਿਹੜਾ 73rd ਅਮੈਂਡਮੈਂਟ ਬਿੱਲ ਹੈ, ਇਹ ਪਹਿਲਾ ਬਿੱਲ ਨਹੀਂ ਲੋਕਲ ਗਵਰਨਮੈਂਟ ਨੂੰ ਪਾਸ ਕਰਨ ਦਾ। ਇਸ ਤੋਂ ਪਹਿਲਾਂ ਵੀ ਰਾਜੀਵ ਗਾਂਧੀ ਦੀ ਜਿਹੜੀ ਸਰਕਾਰ ਸੀ, ਉਹਨਾਂ ਨੇ 64th ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਪਾਸ ਕਰਵਾਉਣਾ ਚਾਹਿਆ ਸੀ, ਪਰ ਕੁਝ ਪ੍ਰੋਬਲਮਸ ਆ ਗਈਆਂ ਸੀ ਜਿਹਦੇ ਕਰਕੇ ਉਹਨੂੰ ਅਪੋਜ਼ ਕੀਤਾ ਸੀ ਰਾਜ ਸਭਾ ਤੇ ਓਪੋਜੀਸ਼ਨ ਨੇ। ਉਸ ਤੋਂ ਬਾਅਦ ਜਿਹੜੀ ਨਰਸਿਮਹਾ ਰਾਓ ਦੀ ਸਰਕਾਰ ਆਈ, ਉਹਨੇ 73rd ਬਿੱਲ ਨੂੰ ਪਾਸ ਕਰਾਇਆ। ਸੋ ਇੰਪੋਰਟੈਂਟ ਹੈ ਕਿ ਜਿਹੜਾ 73rd ਲੋਕਲ ਸੈਲਫ ਗਵਰਨਮੈਂਟ ਦਾ ਬਿੱਲ ਆਇਆ, ਉਹਨੂੰ ਕਿਹੜੀ ਸਰਕਾਰ ਨੇ ਪਾਸ ਕਰਾਇਆ? ਉਹਨੂੰ ਨਰਸਿਮਹਾ ਰਾਓ ਦੀ ਸਰਕਾਰ ਨੇ ਪਾਸ ਕਰਾਇਆ। ਸੋ ਹੁਣ ਆਪਾਂ ਨੇ 73rd ਅਮੈਂਡਮੈਂਟ ਪੜ੍ਹ ਲਈ। ਹੁਣ ਆਪਾਂ ਦੇਖਦੇ ਹਾਂ ਕਿ ਉਹ ਸੀ ਰੂਰਲ ਨੂੰ ਲੈ ਕੇ, ਪੇਂਡੂ ਖੇਤਰਾਂ ਨੂੰ ਲੈ ਕੇ, ਪੰਚਾਇਤ ਨੂੰ ਲੈ ਕੇ। ਹੁਣ ਆਪਾਂ ਗੱਲ ਕਰਾਂਗੇ ਅਰਬਨ ਸ਼ਹਿਰੀ ਖੇਤਰਾਂ ਦੀ ਜਿਹੜੀ ਲੋਕਲ ਲੈਵਲ ਦੀ ਸਰਕਾਰ ਹੈ, ਉਹ ਕੀ ਹੈ। ਸੋ 74th ਅਮੈਂਡਮੈਂਟ ਆਈ, 12ਵਾਂ ਸ਼ਡਿਊਲ ਉਹਦੇ ਵਿੱਚ ਕੀਤਾ ਸੀ, 11ਵਾਂ ਇਨਕਲੂਡ, ਇਹਦੇ ਵਿੱਚ ਕੀਤਾ 12ਵਾਂ ਇਨਕਲੂਡ। ਇਹਦੇ ਵਿੱਚ ਉਹ ਸਾਰੇ ਟਾਸਕ ਦੇਤੇ ਕਨਸਟੀਟਿਊਸ਼ਨ ਦੇ ਵਿੱਚ ਜਿਹੜੇ ਕਿ ਇੱਕ ਮਿਊਨਿਸਪਲ ਕਾਉਂਸਿਲ ਜਾਂ ਮਿਊਨਿਸਪਲ ਕਾਰਪੋਰੇਸ਼ਨ, ਮਿਊਨਿਸਪਲ ਕਮੇਟੀ ਇਹਨਾਂ ਨੇ ਕਰਨੇ ਨੇ। ਨਾਲ ਹੀ ਜਿਹੜੀ ਅਮੈਂਡਮੈਂਟ ਹੈ, ਇਹਨੇ ਕਿਹਾ ਕਿ ਇੱਕ ਵਾਰਡ ਕਮੇਟੀ ਤਿਆਰ ਕੀਤੀ ਜਾਊ ਇਹੋ ਜਿਹੇ ਏਰੀਏ ਦੇ ਵਿੱਚ ਜਿੱਥੇ 3 ਲੱਖ ਤੋਂ ਜ਼ਿਆਦਾ ਦੀ ਪੋਪੂਲੇਸ਼ਨ ਹੈ। ਸੋ ਜਿਹੜੇ 74th ਅਮੈਂਡਮੈਂਟ ਆਈ, ਇਹਨੇ ਮਿਊਨਿਸਪੈਲਿਟੀ ਨੂੰ ਤੇ ਵਾਰਡ ਕਮੇਟੀ ਨੂੰ ਇਹਨਾਂ ਨੂੰ ਪਾਵਰਸ ਤੇ ਡਿਊਟੀਆਂ ਦਿੱਤੀਆਂ। ਹੁਣ ਆਪਾਂ ਗੱਲ ਕਰਾਂਗੇ ਹਿਸਟਰੀ ਦੀ ਥੋੜੀ ਜੀ, ਕਿ ਅਰਬਨ ਲੋਕਲ ਸੈਲਫ ਗਵਰਨਮੈਂਟ ਦਾ ਜਿਹੜਾ ਕੰਸੈਪਟ ਹੈ, ਇਹ ਆਉਂਦਾ ਕਿੱਥੋਂ ਹੈ। ਸੋ ਪਹਿਲੀ ਮਿਊਨਿਸਪਲ ਕਾਰਪੋਰੇਸ਼ਨ, ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਪਹਿਲੀ ਐਮਸੀ ਮਿਊਨਿਸਪਲ ਕਾਰਪੋਰੇਸ਼ਨ 1688 ਮਦਰਾਸ ਦੇ ਵਿੱਚ ਐਸਟੈਬਲਿਸ਼ ਕੀਤੀ ਗਈ ਸੀ ਬ੍ਰਿਟਿਸ਼ਰਸ ਦੇ ਜ਼ਮਾਨੇ 'ਚ। ਸੋ ਆਪਾਂ ਦੇਖ ਸਕਦੇ ਹਾਂ ਕਿ ਜਿਹੜਾ ਦਾ ਕੰਸੈਪਟ ਹੈ, ਉਹ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਹੀ ਬਹੁਤ ਸਟਰੋਂਗਲੀ ਉੱਭਰ ਕੇ ਆਉਂਦਾ ਹੈ। ਤੇ ਜਿਹੜਾ ਲਾਰਡ ਰਿਪਨ ਸੀ, ਉਹਨੂੰ ਫਾਦਰ ਕਿਹਾ ਜਾਂਦਾ ਹੈ ਲੋਕਲ ਗਵਰਨਮੈਂਟ ਦਾ। ਇਹ ਕੁਐਸਚਨ ਦਾ ਘੱਟੋ ਘੱਟ 10-12 ਵਾਰੀ ਐਗਜ਼ਾਮ ਵਿੱਚ ਦੇਖਣ ਨੂੰ ਮਿਲਿਆ ਕਿ ਹੂ ਇਜ਼ ਕਾਲਡ ਫਾਦਰ ਆਫ ਲੋਕਲ ਗਵਰਨਮੈਂਟ, ਲਾਰਡ ਰਿਪਨ। ਤੇ ਉਸ ਤੋਂ ਬਾਅਦ ਜਿਹੜਾ 1919 ਦਾ ਐਕਟ ਆਇਆ ਸੀ, ਗਵਰਨਮੈਂਟ ਆਫ ਇੰਡੀਆ ਐਕਟ, ਉਹਨੇ ਇਹ ਮੈਂਡੇਟ ਕਰਤਾ, ਸ਼ੋਰ ਕਰਤਾ ਕਿ ਜਿੰਨੀਆਂ ਵੀ ਲੋਕਲ ਬਾਡੀ ਨੇ, ਉਹਨਾਂ ਦਾ ਜਿਹੜਾ ਕੰਟਰੋਲ ਹੈ, ਉਹ ਸਾਰਾ ਮਿਨਿਸਟਰੀਜ਼ ਦੇ ਕੋਲ ਰਹੂ ਜਿਹੜੀਆਂ ਨੈਸ਼ਨਲ ਲੈਵਲ ਤੇ ਨੇ, ਸੈਂਟਰ ਲੈਵਲ ਤੇ ਬੈਠੀਆਂ ਨੇ। ਪਰ ਬਾਅਦ ਵਿੱਚ 1935 ਦਾ ਐਕਟ ਆਇਆ, ਉਹਨੇ ਕਹਿਤਾ ਕਿ ਜਿੱਥੋਂ ਦੀ ਉਹ ਸਰਕਾਰ ਹੈ, ਲੋਕਲ ਗਵਰਨਮੈਂਟ ਹੈ, ਲੋਕਲ ਬਾਡੀ ਹੈ, ਉਹਨੂੰ ਉੱਥੋਂ ਦੇ ਮਿਨਿਸਟਰ ਹੀ ਕੰਟਰੋਲ ਕਰਨਗੇ। ਸੋ ਨੈਸ਼ਨਲ ਲੈਵਲ ਵਾਲਾ ਜਿਹੜਾ ਕੰਟਰੋਲ ਸੀ, ਉਹਨੂੰ ਹਟਾ ਕੇ ਹੁਣ ਲੋਕਲ ਸੈਲਫ ਗਵਰਨਮੈਂਟ ਨੂੰ ਉੱਥੋਂ ਦੀ ਗਵਰਨਮੈਂਟ ਦੇ ਹੱਥ ਵਿੱਚ ਹੀ ਦੇਤਾ। ਸੋ ਉਸ ਤੋਂ ਬਾਅਦ ਹੁਣ ਆਪਾਂ ਦੇਖਦੇ ਹਾਂ ਕਿ ਮੇਨ ਪ੍ਰੋਵੀਜ਼ਨਸ ਕੀ ਨੇ, ਐਟਰੀਬਿਊਟਸ ਕੀ ਨੇ ਇਸ ਅਮੈਂਡਮੈਂਟ ਦੇ, ਇਹਦੇ ਨਾਲ ਕੀ ਕੀ ਹੋਇਆ। ਸੋ ਮਿਊਨਿਸਪੈਲਿਟੀਜ਼ ਵੀ ਪੰਚਾਇਤ ਵਾਂਗੂ 5 ਸਾਲ ਤੱਕ ਰਹਿਣਗੀਆਂ। ਉਸ ਤੋਂ ਬਾਅਦ ਜਿਹੜੀ ਮਿਨੀਮਮ ਏਜ ਹੈ ਕਿਸੇ ਦੀ ਇੱਕ ਮਿਊਨਿਸਪੈਲਿਟੀ ਦਾ ਮੈਂਬਰ ਬਣਨ ਦੀ, ਉਹ ਹੈ 21 ਸਾਲ। ਇਹ ਇੰਪੋਰਟੈਂਟ ਹੈ। ਜੇ ਕਿਸੇ ਨੇ ਇਲੈਕਸ਼ਨ ਲੜਨੀ ਹੈ ਮਿਊਨਿਸਪੈਲਿਟੀ ਦੀ, ਤਾਂ ਉਹਦੀ ਉਮਰ 21 ਸਾਲ ਹੋਣੀ ਚਾਹੀਦੀ ਹੈ ਘੱਟ ਤੋਂ ਘੱਟ। 3 ਲੈਵਲ ਦਾ ਸਿਸਟਮ ਹੈ ਪੰਚਾਇਤੀ ਰਾਜ ਦੀ ਤਰ੍ਹਾਂ ਹੀ। ਤੇ ਜਿਹੜੇ ਨਗਰ ਪੰਚਾਇਤ ਨੇ, ਉਹ ਕੌਣ ਹੋਣਗੇ? ਨਗਰ ਪੰਚਾਇਤ ਆਪਾਂ ਕਿਹਨੂੰ ਕਹਿੰਦੇ ਆ? ਉਹ ਏਰੀਆਜ਼ ਜਿਹੜੇ ਕਿ ਕਿਸੇ ਜ਼ਮਾਨੇ 'ਚ ਪੇਂਡੂ ਖੇਤਰ ਸੀ, ਪਰ ਰੀਸੈਂਟਲੀ ਉਹਨਾਂ ਨੇ ਆਪਦੇ ਆਪ ਨੂੰ ਅਰਬਨ ਦੇ ਵਿੱਚ ਤਬਦੀਲ ਕਰ ਲਿਆ। ਸੋ ਸਿੰਪਲ ਜਿਹਾ ਆਪਾਂ ਨੇ ਮਤਲਬ ਯਾਦ ਰੱਖਣਾ ਹੈ ਕਿ ਵਾਟ ਆਰ ਨਗਰ ਪੰਚਾਇਤ? ਏਰੀਆਜ਼ ਜਿਹੜੇ ਰੂਰਲ ਤੋਂ ਅਰਬਨ ਬਣੇ ਨੇ, ਉਹ ਨੇ ਨਗਰ ਪੰਚਾਇਤ। ਉਸ ਤੋਂ ਬਾਅਦ ਸੇਮ ਸਾਰੇ ਕੰਸੈਪਟ, ਸਾਰੇ ਆਰਟੀਕਲ, ਸਭ ਕੁਝ ਸੇਮ ਹੈ, ਸਿਰਫ ਨੰਬਰਸ ਦਾ ਫਰਕ ਹੈ ਪੰਚਾਇਤੀ ਰਾਜ 'ਚੋਂ। ਇਹਦੇ ਵਿੱਚ ਵੀ ਕੀ ਹੈ ਕਿ ਸੈਂਟਰ ਜਿਹੜੀ ਸਟੇਟ ਦੀ ਸਰਕਾਰ ਹੈ, ਉਹ ਫੰਡਿੰਗ ਕਰੂਗੀ, ਨਾਲ ਇੱਕ ਵਾਰਡਸ ਕਮੇਟੀ ਆ ਗਈ। ਫਿਰ ਜਿਹੜੀਆਂ ਇਲੈਕਸ਼ਨਸ ਨੇ, ਉਹਦੇ ਵਿੱਚ ਵੀ ਵਿਮੈਨ, SC ST, ਇਹਨਾਂ ਸਾਰਿਆਂ ਨੂੰ 1/3 ਵਿਮੈਨ ਨੂੰ ਰਿਜ਼ਰਵੇਸ਼ਨ ਮਿਲੂਗੀ। ਸੋ ਇਸ ਤਰ੍ਹਾਂ ਪ੍ਰਮੋਸ਼ਨਸ, ਰਿਜ਼ਰਵੇਸ਼ਨ ਸਭ ਕੁਝ ਆਲਮੋਸਟ ਸੇਮ ਹੈ ਪੰਚਾਇਤੀ ਰਾਜ ਤੇ ਮਿਊਨਿਸਪੈਲਿਟੀ ਦਾ। ਸੋ ਜਿਹੜੇ ਮੈਂਬਰ ਨੇ ਪੰਚਾਇਤੀ ਰਾਜ ਦੇ ਜਾਂ ਮਿਊਨਿਸਪੈਲਿਟੀ ਦੇ ਨੇ, ਇਹਨਾਂ ਨੂੰ ਟਰਮੀਨੇਟ ਕਰ ਸਕਦੇ ਹਾਂ ਆਪਾਂ ਸੈਂਟਰ ਜਾਂ ਸਟੇਟ ਦੇ ਲਾਅ ਦੇ ਅਕੋਰਡਿੰਗ। ਤੇ ਜਿਹੜਾ ਮਿਊਨਿਸਪੈਲਿਟੀ ਦਾ ਸੋਰਸ ਆਫ ਫੰਡ ਹੈ, ਇਹ ਵੀ ਕੀ ਹੁੰਦਾ? ਟੈਕਸ ਪੇਡ ਬਾਏ ਦ ਪੀਪਲ ਐਜ਼ ਮਿਊਨਿਸਿਪਲ ਟੈਕਸ। ਸੋ ਕਹਿੰਦੇ ਜਿਹੜਾ ਵੀ ਇਨਸਾਨ, ਜਿਵੇਂ ਆਪਾਂ ਕਹਿੰਦੇ ਹਾਂ ਕਿ ਆਪਣਾ ਪਾਣੀ ਦਾ ਟੈਕਸ ਆਉਂਦਾ ਸ਼ਹਿਰਾਂ ਦੇ ਵਿੱਚ, ਸੋ ਜਿਹੜਾ ਮਿਊਨਿਸਪੈਲਿਟੀ ਹੈ, ਇਹਨੂੰ ਜਿਹੜੇ ਫੰਡ ਨੇ ਉਹ ਇਸੇ ਤਰ੍ਹਾਂ ਦੇ ਟੈਕਸ ਤੋਂ ਆਉਂਦੇ ਨੇ, ਛੋਟੇ ਛੋਟੇ ਟੈਕਸ ਜਿਹੜੇ ਕਿ ਲੋਕਲ ਆਪਣੇ MC ਲੈਵਲ ਦੇ ਮਿਊਨਿਸਪਲ ਕਾਰਪੋਰੇਸ਼ਨ ਦੇ ਮੈਂਬਰਸ ਨੇ, ਉਹ ਆਪਣੇ ਤੋਂ ਲੈਂਦੇ ਨੇ ਇੱਕ ਸ਼ਹਿਰ 'ਚ ਰਹਿਣ ਦੇ ਲਈ।
ਸੋ ਜਿਹੜਾ ਆਪਣੇ ਤੋਂ ਟੈਕਸ ਇਕੱਠਾ ਕਰਦੇ ਨੇ ਉਹਨੂੰ ਆਪਾਂ ਮਿਊਨਿਸਿਪਲ ਟੈਕਸ ਕਹਿੰਦੇ ਆ। ਤੇ ਪੰਚਾਇਤ ਨੇ ਜਿਹੜੀਆਂ ਜਿਵੇਂ ਉਹ ਵੀ ਸਰਕਾਰ ਸਟੇਟ ਲੈਵਲ ਦੀ ਤੋਂ ਗ੍ਰਾਂਟ ਲੈਂਦੀਆਂ ਨੇ, ਉਸੇ ਤਰ੍ਹਾਂ ਸੇਮ ਮਿਊਨਿਸਪੈਲਿਟੀਜ਼ ਵੀ ਸਟੇਟ ਲੈਵਲ ਤੋਂ ਗ੍ਰਾਂਟਸ ਲੈਂਦੀਆਂ ਨੇ। ਤੇ ਬਹੁਤ ਸਾਰੀਆਂ ਕਮੇਟੀਜ਼ ਨੇ, ਵਾਰਡ ਕਮੇਟੀ, ਡਿਸਟ੍ਰਿਕਟ ਪਲਾਨਿੰਗ ਕਮੇਟੀ। ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਇਹ ਸਾਰਾ ਕੰਸੈਪਟ ਹੈ ਰੂਰਲ ਤੇ ਅਰਬਨ ਲੋਕਲ ਸੈਲਫ ਗਵਰਨਮੈਂਟ ਦਾ, ਇਹ ਆਲਮੋਸਟ ਸੇਮ ਹੈ, ਸਿਰਫ ਇਹਨਾਂ ਦੀ ਨੇਚਰ ਦਾ ਫਰਕ ਹੈ ਕਿ ਇੱਕ ਚੀਜ਼ ਪੇਂਡੂ ਖੇਤਰਾਂ ਨੂੰ ਦੇਖ ਰਹੀ ਹੈ, ਇੱਕ ਚੀਜ਼ ਸ਼ਹਿਰੀ ਖੇਤਰਾਂ ਨੂੰ ਦੇਖ ਰਹੀ ਹੈ। ਸੋ ਉਸੇ ਤਰ੍ਹਾਂ ਦੇ ਨਾਲ ਇੱਕ ਕੇਸ ਹੈ ਅਨੁਗ੍ਰਹਿ ਨਾਰਾਇਣ ਸਿੰਘ ਵਰਸਸ ਸਟੇਟ ਆਫ ਯੂਪੀ। ਇਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜਾ ਆਰਟੀਕਲ 243 ZG ਹੈ, ਜਿਹਦੇ ਵਿੱਚ ਮਿਊਨਿਸਿਪਲ ਕਮੇਟੀ ਦੀਆਂ ਜਿਹੜੇ ਇਲੈਕਸ਼ਨਸ ਨੇ ਉਹਨਾਂ ਨੂੰ ਲੈ ਕੇ ਗੱਲ ਹੋਈ ਹੈ, ਤਾਂ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਕੋਈ ਵੀ ਮਿਊਨਿਸਪੈਲਿਟੀ ਦੀ ਜੇ ਇਲੈਕਸ਼ਨ ਹੈ ਉਹ ਰੱਦ ਨਹੀਂ ਹੋ ਸਕਦੀ। ਜਿਵੇਂ ਆਪਾਂ ਨੇ ਪਹਿਲਾਂ ਪੰਚਾਇਤ ਨੂੰ ਲੈ ਕੇ ਪੜ੍ਹਿਆ ਸੀ, ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ, ਕੁਐਸਚਨ ਕਰਨਾ ਹੈ ਵੀ ਪੰਚਾਇਤ ਦੀ ਇਲੈਕਸ਼ਨ ਸਹੀ ਨਹੀਂ ਹੋਈ, ਤਾਂ ਸਿਰਫ ਉਹਦੇ ਲਈ ਆਪਾਂ ਇਲੈਕਸ਼ਨ ਪਟੀਸ਼ਨ ਫਾਈਲ ਕਰ ਸਕਦੇ ਹਾਂ, ਕੋਈ ਕੇਸ ਫਾਈਲ ਨਹੀਂ ਕਰ ਸਕਦੇ। ਤੇ ਇਸ ਚੀਜ਼ ਨੂੰ ਸੁਪਰੀਮ ਕੋਰਟ ਨੇ ਆ ਜਿਹੜਾ ਕੇਸ ਹੈ ਇਹਦੇ ਵਿੱਚ ਕਲੀਅਰ ਕਰਤਾ ਸੀ। ਸੋ ਲਾਸਟ ਤੇ ਹੁਣ ਆਪਾਂ ਕਨਕਲੂਜਨ ਦੇਖ ਲੈਣੇ ਆਪਣੇ ਟੌਪਿਕ ਦਾ। ਕਹਿੰਦੇ ਜਿਹੜੀ ਲੋਕਲ ਸੈਲਫ ਗਵਰਨਮੈਂਟ ਹੈ ਉਹ ਕੀ ਹੈ, ਪੰਚਾਇਤ ਹੈ ਰੂਰਲ ਦੇ ਵਿੱਚ, ਮਿਊਨਿਸਪੈਲਿਟੀ ਹੈ ਅਰਬਨ। ਸਿੰਪਲ ਜਿਹਾ ਜਿਹੜਾ ਡਿਫਰੈਂਸ ਹੈ ਉਹ ਸਾਹਮਣੇ ਆਉਂਦਾ ਹੈ। ਬੋਥ ਗॉट ਇਟਸ ਕਨਸਟੀਟਿਊਸ਼ਨਲ ਰੈਕੋਗਨੀਸ਼ਨ। ਦੋਨਾਂ ਨੂੰ ਹੀ ਕਿੱਥੋਂ ਪਹਿਚਾਣ ਮਿਲੀ ਹੈ, ਸੰਵਿਧਾਨ ਦੀ ਕਿਹੜੇ ਸੋਚ ਚੋਂ, 73 ਤੇ 74। ਕਹਿੰਦੇ ਬਹੁਤ ਸਾਰੀਆਂ ਕਮੇਟੀਆਂ ਆਈਆਂ ਜਿਨ੍ਹਾਂ ਨੇ ਇਹਨਾਂ ਨੂੰ ਇੱਕ ਪ੍ਰੋਪਰ ਸਟਰੋਂਗ ਇੱਕ ਇੰਡੀਵਿਜੂਅਲ ਪਰਸਨੈਲਿਟੀ ਦਵਾਈ, ਪਰ ਕਹਿੰਦੇ ਕਿਤੇ ਕਿਤੇ ਹਜੇ ਵੀ ਇਹ ਪ੍ਰੋਪਰਲੀ ਵਰਕ ਨਹੀਂ ਕਰ ਪਾ ਰਹੀਆਂ, ਇਹਨਾਂ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਆ ਰਹੀਆਂ ਨੇ। ਤੇ ਮੇਨ ਰੀਜ਼ਨਸ ਕੀ ਨੇ ਇਹਨਾਂ ਦੇ ਢੰਗ ਨਾਲ ਨਾ ਵਰਕ ਕਰ ਪਾਉਣ ਦੇ? ਪੂਅਰ ਇਨਫਰਾਸਟ੍ਰਕਚਰ, ਫੰਡਸ ਦੀ ਕਮੀ, ਇਹਨਾਂ ਤੱਕ ਫੰਡਸ ਪ੍ਰੋਪਰ ਪਹੁੰਚਦੇ ਹੀ ਨਹੀਂ, ਬਹੁਤ ਸਾਰੀ ਕਰਪਸ਼ਨ, ਬਿਊਰੋਕ੍ਰੈਟਿਕ, ਮੇਨ ਲੀਡਰਸ ਵਗੈਰਾ ਨੂੰ ਤੰਗ ਕਰਦੇ ਨੇ, ਇਨਫਲੂਐਂਸ ਕਰਦੇ ਨੇ। ਸੋ ਕਹਿੰਦੇ ਇਹਨਾਂ ਦੇ ਉੱਤੇ ਪੋਲੀਟੀਕਲ ਡੋਮੀਨੈਂਸ ਬਹੁਤ ਜ਼ਿਆਦਾ ਹੈ। ਆਪਾਂ ਦੇਖਿਆ ਜਦੋਂ ਵੀ ਪੰਚਾਂ ਸਰਪੰਚਾਂ ਦੀਆਂ ਵੋਟਾਂ ਹੁੰਦੀਆਂ ਨੇ ਤਾਂ ਕਿੰਨਾ ਪੋਲੀਟੀਕਲ ਪ੍ਰੈਸ਼ਰ ਹੁੰਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਪ੍ਰੋਪਰ ਕੰਮ ਨਹੀਂ ਹੋਣ ਦੇ ਪਾ ਰਹੀਆਂ ਸਹੀ ਤਰੀਕੇ ਦੇ ਨਾਲ ਇੰਡੀਪੈਂਡੈਂਟਲੀ ਇਹਨਾਂ ਬੋਡੀਜ਼ ਦਾ। ਤੇ ਇਹ ਸੀ ਆਪਣਾ ਅੱਜ ਦਾ ਟੌਪਿਕ, ਫਰਸਟ ਪਾਰਟ ਆਫ ਲੋਕਲ ਗਵਰਨਮੈਂਟ। ਸੈਕਿੰਡ ਵੀਡੀਓ ਦੇ ਵਿੱਚ ਆਪਾਂ ਸੈਕਿੰਡ ਪਾਰਟ ਦੇਖਾਂਗੇ। ਉਹਦੇ ਵਿੱਚ ਇੱਕ ਪੀਸਾ ਨਾਮ ਦਾ ਐਕਟ ਹੈ 1996 ਦਾ। ਸੋ ਕੁਝ ਜਗ੍ਹਾ ਤੇ ਕੀ ਸੀ ਕਿ ਜਿਹੜਾ ਪੰਚਾਇਤ ਸੀ ਉਹ ਬਣੀਆਂ ਨਹੀਂ, ਆ ਅਮੈਂਡਮੈਂਟ ਆਉਣ ਤੋਂ ਬਾਅਦ ਵੀ 73rd। ਸੋ ਉਹ ਜਿਹੜੇ ਏਰੀਆਜ਼ ਨੇ ਉਹਨਾਂ ਨਾਲ ਕਿਵੇਂ ਫੰਕਸ਼ਨ ਕਰਨਾ ਹੈ ਉਹਨਾਂ ਦੀ ਗੱਲ ਕੀਤੀ ਗਈ ਹੈ ਪੀਸਾ ਐਕਟ 1996 ਦੇ ਵਿੱਚ, ਜਿਹੜਾ ਕਿ ਆਪਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਪੜਾਂਗੇ। So this was all about our today's lecture. I hope you liked it. Please support my channel, do share, subscribe, comment, and good luck.